ਪਿਛਲੇ ਕਾਫੀ ਟਾਈਮ ਤੋਂ ਐਕਸਪ੍ਰੈਸ ਐਂਟਰੀ ਦੇ ਡਰਾਅ ਆ ਨਹੀਂ ਰਹੇ ਸੀਗੇ ਤੇ ਦੂਜੇ ਪਾਸੇ ਜਿਹੜਾ ਆਈਆਰਸੀਸੀ ਵੱਲੋਂ ਬੈਕਲੌਗ ਵੀ ਬਹੁਤ ਜ਼ਿਆਦਾ ਇਕੱਠਾ ਕੀਤਾ ਹੋਇਆ ਐਪਲੀਕੇਸ਼ਨ ਦਾ। ਐਕਸਪ੍ਰੈਸ ਐਂਟਰੀ ਦੇ ਡਰਾਅ ਨਾ ਆਉਣਾ, ਐਪਲੀਕੇਸ਼ਨਾਂ ਪ੍ਰੋਸੈਸ ਨਾ ਹੋਣਾ ਤੇ ਬਹੁਤ ਸਾਰੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਸੀ ਇਹ ਇਸ ਟਾਈਮ ਕੈਨੇਡਾ ਦੇ ਵਿੱਚ ਬੈਠੇ ਹੋਏ ਆ। ਸੋ ਉਹਨਾਂ ਦੀ ਇੱਕ ਹੀ ਟੈਨਸ਼ਨ ਸੀ ਕਿ ਅਸੀਂ ਪੀਆਰ ਕਿੱਦਾਂ ਹੋਵਾਂਗੇ, ਕਿਉਂਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦਿਨੋਂ ਦਿਨ ਖਤਮ ਹੋ ਰਹੇ ਸੀਗੇ। ਸੋ ਫਾਈਨਲੀ ਉਸ ਚੀਜ਼ ਨੂੰ ਲੈ ਕੇ ਪਹਿਲੀ ਵਾਰ ਮੈਨੂੰ ਲੱਗਦਾ ਕਿ ਇਹ ਦੇਖਣ ਨੂੰ ਮਿਲਿਆ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ, ਜਿਹਨੂੰ ਵਰਕ ਪਰਮਿਟ ਵੀ ਕਹਿ ਦਿੰਦੇ ਆ, ਕਿ ਉਹਦੀ ਐਕਸਟੈਂਸ਼ਨ ਨੂੰ ਲੈ ਕੇ ਬਹੁਤ ਵੱਡਾ ਅਪਡੇਟ ਆ, ਇੱਕ ਚੰਗੀ ਗੁੱਡ ਨਿਊਜ਼ ਆ। ਸੋ ਉਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ। ਨਾਲ ਦੀ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਸਪਾਊਸ ਓਪਨ ਵਰਕ ਪਰਮਿਟ ਦੇ ਕਰੰਟ ਰਿਜ਼ਲਟ ਕਿੱਦਾਂ ਦੇ ਆ ਰਹੇ ਆ, ਕੀ ਸਿਨੈਰੀਓ ਚੱਲ ਰਿਹਾ, ਕਿੱਦਾਂ ਦੀਆਂ ਐਪਲੀਕੇਸ਼ਨਸ ਦੇ ਰਿਜ਼ਲਟ ਸਾਨੂੰ ਦੇਖਣ ਨੂੰ ਮਿਲ ਰਹੇ ਆ। ਸੋ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਨਾਲ ਦੀ ਨਾਲ ਆਪਾਂ ਹਲਕੀ ਜੀ ਗੱਲਬਾਤ ਕਰਾਂਗੇ ਕਿ ਜਿਨ੍ਹਾਂ ਦੇ ਰਿਜ਼ਲਟ ਨਹੀਂ ਆ ਰਹੇ ਉਹਨਾਂ ਨੂੰ ਕੀ ਕਰਨਾ ਚਾਹੀਦਾ, ਜਿਨ੍ਹਾਂ ਦੀਆਂ ਐਪਲੀਕੇਸ਼ਨਾਂ ਸਟਕ ਹੋਈਆਂ ਪਈਆਂ ਉਹਨਾਂ ਨੂੰ ਕੀ ਕਰਨਾ ਚਾਹੀਦਾ। ਸੋ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਸੋ ਇਹਨਾਂ ਤਿੰਨੇ ਮੁੱਦਿਆਂ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੀਨੀਅਰ ਕੰਸਲਟੈਂਟ ਆਰਸੀਆਈਸੀ ਬਾਈ ਅਮਨਦੀਪ ਸਿੰਘ ਢਿੱਲੋਂ ਜੀ ਵਿਰਾਜਮਾਨ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਆ? ਸਤਿ ਸ਼੍ਰੀ ਅਕਾਲ ਬਾਈ ਜੀ, ਹਾਲ ਚਾਲ ਬਹੁਤ ਵਧੀਆ ਨੇ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕਾਫੀ ਲੰਮੇ ਵਕਫੇ ਤੋਂ ਬਾਅਦ ਸਾਰਿਆਂ ਨੂੰ ਮਿਲ ਰਹੇ ਆ। ਹਾਂਜੀ ਹਾਂਜੀ। ਤੇ ਬਾਈ ਜੀ ਕਹਿੰਦੇ ਵੀ ਵਰਕ ਪਰਮਿਟ ਵਾਲੀ ਖੁਸ਼ਖਬਰੀ ਜੀ ਆ ਰਹੀ ਆ, ਵੀ ਚੰਗੀ ਗੁੱਡ ਨਿਊਜ਼ ਆ ਜੀ। ਹਾਂਜੀ, ਠੀਕ ਹੈ, ਸੋ ਇਹ ਕੀ ਮਸਲਾ ਹੈ ਸਾਰਾ, ਇਹ ਮੈਨੂੰ ਸਮਝਾਓ। ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਐਕਸਟੈਂਸ਼ਨ ਵਾਲੀ ਜਿਹੜੀ ਪਾਲਿਸੀ ਦੇ ਬਾਰੇ ਗੱਲਬਾਤ ਹੋ ਰਹੀ ਜੀ, ਸੀ ਪਿਛਲੇ ਸੋ ਕਾਫੀ ਬੇਸਿਕਲੀ ਸਿਮਰ, ਜਦੋਂ ਆਪਾਂ ਇਹ ਐਕਸਟੈਂਸ਼ਨ ਪਾਲਿਸੀ ਇਹਨਾਂ ਨੇ ਅਪ੍ਰੈਲ ਦੇ ਵਿੱਚ 22 ਅਪ੍ਰੈਲ ਨੂੰ ਅਨਾਉਂਸ ਕੀਤੀ ਆ, ਆਪਾਂ ਉਦੋਂ ਵੀ ਗੱਲ ਕੀਤੀ ਸੀ ਵੀ ਇਸ ਪਾਲਿਸੀ ਦੇ ਵਿੱਚ ਇੱਕ ਬਹੁਤ ਵੱਡਾ ਇਹ ਫਲॉ ਰੱਖ ਗਏ। ਫਲॉ ਇਹ ਸੀ ਕਿ ਇਹਨਾਂ ਨੇ ਕਿਹਾ ਸੀ ਵੀ ਜਿਨ੍ਹਾਂ ਦੇ ਵੀ ਵਰਕ ਪਰਮਿਟ 1 ਜਨਵਰੀ 2022 ਤੋਂ ਲੈ ਕੇ 31 ਦਸੰਬਰ 2022 ਦੇ ਵਿੱਚ ਖਤਮ ਹੋਣਗੇ, ਅਸੀਂ ਉਹਨਾਂ ਨੂੰ 18 ਮਹੀਨਿਆਂ ਦਾ ਐਕਸਟੈਂਡਡ ਵਰਕ ਪਰਮਿਟ ਦੇਵਾਂਗੇ। ਬਟ ਉਹਦੇ ਚ ਪ੍ਰੋਬਲਮ ਇਹ ਸੀ ਕਿ ਜਿਹੜੀਆਂ ਪਿਛਲੀਆਂ ਪੈਂਡੈਮਿਕ ਵਾਲੀਆਂ ਪਾਲਿਸੀਜ਼ ਸੀ ਉਹ ਸਤੰਬਰ ਤੱਕ ਤਾਂ ਲੋਕਾਂ ਨੂੰ ਕਵਰ ਕਰ ਗਈਆਂ, ਪਰ ਸਤੰਬਰ ਤੋਂ ਲੈ ਕੇ ਦਸੰਬਰ 2021 ਤੱਕ ਕੋਈ ਵੀ ਕਵਰ ਨਹੀਂ ਸੀ। ਤੇ ਜਿਹੜੇ ਵਿਚਾਰਿਆਂ ਦੇ ਵਰਕ ਪਰਮਿਟ ਸਤੰਬਰ 2021 ਤੋਂ ਲੈ ਕੇ ਦਸੰਬਰ 2021-31 ਤੱਕ ਖਤਮ ਹੋਏ, ਉਹ ਇਹਨਾਂ ਨੇ ਹਵਾ 'ਚ ਲਟਕਾਤੇ ਸੀ। ਆਪਾਂ ਉਦੋਂ ਵੀ ਗੱਲ ਕੀਤੀ ਸੀ ਵੀ ਇਹਦੇ ਬਾਰੇ ਆਪਾਂ ਲੌਬਿੰਗ ਵੀ ਕਰ ਰਹੇ ਹਾਂ, ਆਪਾਂ ਅਪਰੋਚ ਵੀ ਕੀਤੀ ਹੈ, ਈਮੇਲ ਵੀ ਕੀਤੀਆਂ ਨੇ, ਤੇ ਹੋ ਸਕਦਾ ਹੈ ਇਹਦੇ ਤੇ ਕੁਝ ਬੈਟਰ ਆਪਾਂ ਨੂੰ ਸੁਣਨ ਨੂੰ ਮਿਲੇ। ਸੋ ਉਹਦਾ ਵਧੀਆ ਹੱਲ ਇਹਨਾਂ ਨੇ ਕੀਤਾ ਜੀ। ਉਹਦਾ ਹੱਲ ਇਹ ਕੀਤਾ ਕਿ ਉਸ ਪਾਲਿਸੀ ਨੂੰ ਹੀ ਹੁਣ ਇਹਨਾਂ ਨੇ ਐਕਸਟੈਂਡ ਕਰ ਦਿੱਤਾ ਕਿ 20 ਸਤੰਬਰ 2021 ਤੋਂ ਲੈ ਕੇ ਤੇ 31 ਦਸੰਬਰ 2022 ਤੱਕ ਜਿਹਦਾ ਵੀ ਵਰਕ ਪਰਮਿਟ ਖਤਮ ਹੋ ਰਿਹਾ, ਸਭ ਨੂੰ ਹੀ ਵਰਕ ਪਰਮਿਟ ਜਿਹੜੇ ਐਕਸਟੈਂਡ ਕਰਕੇ ਦਿੱਤੇ ਜਾਣਗੇ। ਸੋ ਇਹ ਬਹੁਤ ਖੁਸ਼ੀ ਦੀ ਖਬਰ ਆ ਜੀ। ਬਾਕੀ ਇਹਦੇ 'ਚ ਇਹ ਸੀ ਵੀ ਉਦੋਂ ਇਹਨਾਂ ਨੇ ਕਿਹਾ ਸੀ ਵੀ ਜਿਹੜਾ ਵਰਕ ਪਰਮਿਟ ਕਿਵੇਂ ਅਪਲਾਈ ਹੋਊਗਾ, ਇਸ ਦੀ ਅਜੇ ਜਿਹੜੀ ਸਕੀਮ ਹੈ ਉਹ ਆਊਗੀ, ਉਹ ਕਮਿੰਗ ਵੀਕਸ ਦੇ ਵਿੱਚ ਆਊਗੀ। ਕੱਲ ਵਾਲੇ ਬਿਆਨ ਦੇ ਵਿੱਚ ਵੀ ਕਮਿੰਗ ਵੀਕ ਕਿਹਾ, ਬਟ ਆਪਣੇ ਜਿਹੜੇ ਕੁਝ ਸੂਤਰਾਂ ਤੋਂ ਪਤਾ ਲੱਗਿਆ, ਕਹਿ ਲਓ ਵੀ ਕਮਿੰਗ ਵੀਕ ਹੁਣ ਬਹੁਤ ਛੇਤੀ ਨੇ। ਆਪਾਂ ਨੂੰ ਹਫ਼ਤੇ 2 ਹਫ਼ਤਿਆਂ ਦੇ ਵਿੱਚ ਪੂਰੀ ਜਿਹੜੀ ਜਾਣਕਾਰੀ ਹੈ ਇਹਦੀ ਮਿਲ ਜਾਣੀ ਹੈ ਜੀ। ਬਾਈ ਜੀ ਇੱਥੇ ਇੱਕ ਗੱਲ ਆ ਜੀ, ਇਹਦਾ ਬੈਨੀਫਿਟ ਕਿਹਨਾਂ ਨੂੰ ਜ਼ਿਆਦਾ ਹੋਣਾ? ਕਿਉਂਕਿ ਇੱਕ ਚੰਗੀ ਖਬਰ ਤਾਂ ਹੈਗੀ, ਵੀ ਗੁੱਡ ਨਿਊਜ਼ ਤਾਂ ਹੈਗੀ ਆ। ਵਰਕ ਪਰਮਿਟ, ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵਾਲੇ ਜਿਹੜੇ ਸਟੂਡੈਂਟ ਆ, ਭੈਣ ਭਰਾ ਆਪਣੇ, ਠੀਕ ਹੈ, ਉਹਨਾਂ ਦੇ ਲਈ ਚੰਗੀ ਖਬਰ ਆ। ਬਾਕੀ ਸਭ ਤੋਂ ਜ਼ਿਆਦਾ ਫਾਇਦਾ ਕਿਹਨਾਂ ਨੂੰ ਹੋਣਾ? ਤੇ ਅੱਗੇ ਐਕਸਪ੍ਰੈਸ ਐਂਟਰੀ ਦੇ ਡਰਾਅ ਵੀ ਕਹਿੰਦੇ ਵੀ ਸ਼ੁਰੂ ਹੋ ਜਾਣੇ ਆ, ਉਹਦੇ ਬਾਰੇ ਵੀ ਥੋੜੀ ਜੀ ਗੱਲ ਕਰ ਦਿਓ। ਤੇ ਨਾਲ ਦੀ ਨਾਲ 2-3 ਸੁਝਾਅ ਵੀ ਦੇ ਦਿਓ ਕਿ ਜਿਨ੍ਹਾਂ ਦੇ ਐਕਸਪੀਰੀਅੰਸ ਪੂਰੇ ਹੋ ਰਹੇ ਉਹਨਾਂ ਨੂੰ ਕੀ ਕਰਨਾ ਚਾਹੀਦਾ। ਸੋ ਇਹ ਵੀ ਦੱਸ ਦਿਓ ਬਾਈ ਜੀ, ਆਏ ਹੁਣ ਤੁਸੀਂ ਜੀ। ਸੋ ਸਿਮਰ, ਜਿੱਥੇ ਤੱਕ ਫਾਇਦੇ ਦੀ ਗੱਲ ਆ, ਦੇਖੋ ਜਦੋਂ ਕੋਈ ਵੀ ਪਾਲਿਸੀ ਬਣਦੀ ਆ ਤਾਂ ਪਾਲਿਸੀ ਦੀ ਉਹਨਾਂ ਨੇ ਕੋਈ ਨਾ ਕੋਈ ਸਟਾਰਟ ਡੇਟ ਤੇ ਜਿਹੜੀ ਲਾਸਟ ਡੇਟ ਆ ਉਹ ਰੱਖਣੀ ਹੀ ਹੁੰਦੀ ਆ, ਕਿਉਂਕਿ ਟੈਂਪਰੇਰੀ ਪਾਲਿਸੀਜ਼ ਨੇ ਤਾਂ ਇਹਨਾਂ ਨੂੰ ਐਵੇਂ ਨਹੀਂ ਛੱਡ ਸਕਦੇ ਕਿ ਇਹ ਸਦਾ ਲਈ ਚੱਲਣਗੀਆਂ। ਹਾਂ, ਆਪਾਂ ਉਹਦੇ 'ਚ ਗੱਲ ਕਰਦੇ ਹਾਂ ਵੀ ਲੌਜੀਕਲ ਕੀ ਹੋਣਾ ਚਾਹੀਦਾ। ਜਿਹੜੀ ਗੱਲ ਤੇ ਆਪਣਾ ਰੌਲਾ ਸੀ ਕਿ ਸਤੰਬਰ ਤੋਂ ਦਸੰਬਰ ਵਾਲਿਆਂ ਨੂੰ ਛੱਡਣਾ ਨਹੀਂ ਚਾਹੀਦਾ, ਉਹ ਬਹੁਤ ਧੱਕਾ ਸੀ। ਸੋ ਐਟਲੀਸਟ ਧੱਕਾ ਨਹੀਂ ਹੋ ਰਿਹਾ। ਹੁਣ ਮੈਂ ਸਗੋਂ ਇਹ ਕਹੂੰਗਾ ਵੀ ਫਾਇਦਾ ਤਾਂ ਸਭ ਦਾ ਹੀ ਹੋ ਰਿਹਾ ਜੋ ਇਸ ਟਾਈਮ ਲਾਈਨ ਦੇ ਵਿੱਚ ਆ ਗਏ, ਕਿਉਂਕਿ ਇਹ ਤੋਂ ਬਾਅਦ ਉਮੀਦ ਆ ਵੀ ਬੈਕਲੌਗ ਜਿਵੇਂ ਇਹਨਾਂ ਦੇ ਖਤਮ ਕਰਨ ਦੀ ਅੱਗੇ ਤਜਵੀਜ਼ ਹੈਗੀ, ਇਹਨਾਂ ਨੇ ਹੋਰ ਭਰਤੀਆਂ ਵੀ ਕੀਤੀਆਂ, ਕਿ ਹੌਲੀ ਹੌਲੀ ਕੰਮ ਟਰੈਕ ਤੇ ਆ ਜਾਊਗਾ ਤੇ ਅੱਗੋਂ ਆਪਾਂ ਨੂੰ ਇਹੋ ਜਿਹੀ ਪਾਲਿਸੀ ਦੀ ਲੋੜ ਪਊਗੀ ਨਹੀਂ। ਸੋ ਫਾਇਦਾ ਤਾਂ ਸਭ ਦਾ ਹੀ ਆ ਜੀ, ਜੋ 20 ਸਤੰਬਰ ਤੋਂ ਲੈ ਕੇ 31 ਦਸੰਬਰ ਤੱਕ ਵਿੱਚ ਆ ਜਾਣਗੇ। ਹਾਂ, ਇਹ ਜ਼ਰੂਰ ਆ ਵੀ ਉਹਨਾਂ ਨੂੰ ਥੋੜਾ ਜਿਹਾ ਝੋਰਾ ਜ਼ਰੂਰ ਹੋਣਾ ਹੈ
ਜਿਹਦਾ ਵਿਚਾਰੇ ਦਾ ਕਿਸੇ ਦਾ ਵਰਕ ਪਰਮਿਟ 1 ਜਨਵਰੀ 2023 ਨੂੰ ਖਤਮ ਹੋ ਰਿਹਾ, ਵੀ ਇੱਕ ਦਿਨ ਕਰਕੇ ਉਹਨੂੰ ਵਰਕ ਪਰਮਿਟ ਨਹੀਂ ਮਿਲਣਾ। ਬਟ ਆਪਾਂ ਉਮੀਦ ਕਰਦੇ ਹਾਂ ਕਿ ਉਹਨਾਂ ਸਭ ਨੂੰ ਉਹਦੇ ਵਿੱਚ ਕੋਈ ਨਾ ਕੋਈ PR ਦੀ ਸਟਰੀਮ ਮਿਲ ਹੀ ਜਾਣੀ ਆ। ਨਹੀਂ ਬਾਈ ਜੀ, ਇੱਥੇ ਇੱਕ ਸਵਾਲ ਰਹਿ ਗਿਆ ਜੀ। ਹੁਣ ਆਪਾਂ ਕਿਉਂਕਿ ਬਾਕੀ ਸਾਰੇ ਨਾ ਪੂਛਾਪਾਛੀ ਕਰ ਜਾਂਦੇ, ਆਪਣਾ ਉਹ ਹਿਸਾਬ ਕਿਤਾਬ ਹੈ ਨਹੀਂਗਾ, ਇਸ ਕਰਕੇ ਜੀ ਕਈ ਵਾਰ ਗੁੱਸਾ ਵੀ ਕਰ ਜਾਂਦੇ ਆਪਣੇ ਜਿਹੜੇ ਭੈਣ ਭਰਾ। ਮਸਲਾ ਇਹ ਹੈ ਕਿ ਐਕਸਪ੍ਰੈਸ ਐਂਟਰੀ ਦੇ ਬਾਰੇ ਬੜੀਆਂ ਲਲਕਾਰੇ ਜੇ ਵੱਜ ਰਹੇ ਆ। ਹਰੇਕ ਬੰਦਾ ਕਹਿ ਰਿਹਾ ਵੀ ਲਿਆਓ, ਨੱਪ ਦਿਆਂਗੇ, ਚੱਕ ਦਿਆਂਗੇ। ਉਹ ਥੋੜਾ ਜਿਹਾ ਨਾ ਪ੍ਰੋਫਾਈਲ ਜਿਨ੍ਹਾਂ ਨੇ ਬਣਾਉਣੀ ਆ ਉਹਨਾਂ ਦੇ ਬਾਰੇ ਵੀ ਮਾੜਾ ਜਿਹਾ ਦੱਸ ਜਿਓ ਵੀ ਇਹ ਜੀ ਕੀ ਕਰਨਾ। ਸੋ ਸਿਮਰ, ਬੇਸਿਕਲੀ ਜਿਹੜਾ ਪਹਿਲਾ ਡਰਾਅ ਹੈ ਉਹ ਕਾਫੀ ਕੁਝ ਆਪਾਂ ਨੂੰ ਸਾਫ਼ ਕਰੂਗਾ ਵੀ ਐਕਸਪ੍ਰੈਸ ਐਂਟਰੀ ਫਿਲਹਾਲ ਕਿਹੜੇ ਪਾਸੇ ਨੂੰ ਤੁਰੂਗੀ, ਤੇ ਫਿਲਹਾਲ ਉਹਦੇ 'ਚ ਆਪਾਂ ਨੂੰ ਉਸੇ ਤੇ ਆਪਾਂ ਨੂੰ ਰਹਿਣਾ ਚਾਹੀਦਾ ਹੈ ਜਾਂ ਕਿਸੇ ਹੋਰ ਪਾਸੇ ਆਪਾਂ ਨੂੰ ਝਾਕਣਾ ਚਾਹੀਦਾ। ਸੋ ਇੱਕ ਚੀਜ਼ ਤਾਂ ਪੱਕੀ ਆ ਕਿ ਜਿਹਦੀ ਵੀ 1 ਸਾਲ ਦੀ ਐਲੀਜੀਬਿਲਟੀ ਬਣਦੀ ਆ, ਭਾਵੇਂ ਉਹਦੇ ਮਿਨੀਮਮ ਸਕੋਰ ਹੀ ਕਿਉਂ ਨਾ ਬਣਦੇ ਹੋਣ, ਉਹਨੂੰ ਪੂਲ ਦੇ ਵਿੱਚ ਜ਼ਰੂਰ ਜਾਣਾ ਚਾਹੀਦਾ। ਸੋ ਜਿਵੇਂ ਆਪਾਂ ਨੂੰ ਪਤਾ ਹੀ ਆ ਵੀ ਉਹਨਾਂ ਨੇ 6 ਜੁਲਾਈ ਵਾਲੇ ਹਫਤੇ ਡਰਾਅ ਦੀ ਗੱਲ ਕੀਤੀ ਆ, ਤਾਂ ਮਤਲਬ ਹਰ ਬੰਦੇ ਨੂੰ ਐਟਲੀਸਟ ਘੱਟੋ ਘੱਟ ਉਸ ਟਾਈਮ ਤੱਕ ਪੂਲ ਦੇ ਵਿੱਚ ਆਪਣੀ ਫਾਈਲ ਰੱਖਣੀ ਜ਼ਰੂਰ ਚਾਹੀਦੀ ਹੈ, ਕਿਉਂਕਿ ਪਹਿਲਾ ਡਰਾਅ ਆ ਉਹਦਾ ਆਪਾਂ ਕੁਝ ਨਹੀਂ ਕਹਿ ਸਕਦੇ, ਉਹ ਵੱਡਾ ਕੱਢਣਗੇ ਛੋਟਾ ਕੱਢਣਗੇ, FSW ਆਊਗਾ ਜਾਂ FSW ਅਜੇ ਬੰਦ ਹੀ ਰਹੂਗਾ, ਸਿਰਫ ਐਕਸਪ੍ਰੈਸ ਜਿਹੜੀ ਆਪਣੀ CEC ਆ ਉਹ ਹੀ ਰਹੂਗੀ। ਨੋ ਡਾਊਟ ਪੂਲ ਦੇ ਵਿੱਚ ਕਾਫੀ ਵੱਡੇ ਸਕੋਰ ਵਾਲੇ ਲੋਕੀ ਬੈਠੇ ਆ, ਪਹਿਲਾ ਡਰਾਅ ਆ ਜਿਹੜਾ ਉਹ ਹਾਈ ਹੀ ਜਾਊਗਾ, ਬਟ ਆਪਾਂ ਨੂੰ ਨਹੀਂ ਪਤਾ ਵੀ ਉਹ ਸਿਰਫ 3500 ਦਾ ਕੱਢਣ ਦਾ ਸੋਚ ਰਹੇ ਨੇ ਜਾਂ 75 ਵਾਲੇ ਵਾਂਗੂ ਇਕੱਠੇ ਵੀ ਚੱਕ ਲੈਣ, ਰਾਈਟ। ਸੋ ਸਿਆਣੀ ਗੱਲ ਤਾਂ ਇਹ ਆ ਵੀ ਜਿਹਦੀ ਐਲੀਜੀਬਿਲਟੀ ਬਣਦੀ ਆ ਉਹਨੂੰ ਪੂਲ ਦੇ ਵਿੱਚ ਅੱਜ ਦੀ ਘੜੀ ਅਗਲੇ ਹਫਤੇ ਤੱਕ ਹੋਣਾ ਚਾਹੀਦਾ। ਬਾਕੀ ਦੇਖੋ, ਇਹ ਆ ਵੀ ਮੈਂ ਸਭ ਨੂੰ ਇਹ ਸਲਾਹ ਦੇ ਰਿਹਾ, ਜਿਹੜੀ ਆਪਣੀ ਕੰਸਲਟੇਸ਼ਨ ਦੇ ਵਿੱਚ ਵੀ ਸਲਾਹ ਹੁੰਦੀ ਆ, ਵੀ ਇਸ ਪਹਿਲੇ ਐਕਸਪ੍ਰੈਸ ਐਂਟਰੀ ਦੇ ਡਰਾਅ ਨੂੰ ਤੁਸੀਂ ਸਿਰਫ ਇੱਕ ਐਕਸਪੈਰੀਮੈਂਟ ਮੰਨ ਕੇ ਚੱਲੋ, ਤੁਸੀਂ ਸਿਰਫ ਇੱਕ ਕਹਿ ਲਓ ਵੀ ਟਰਾਇਲ ਮੰਨ ਕੇ ਚੱਲੋ। ਆਪਾਂ ਨੂੰ ਇਹ ਸੇਧ ਦੇਊਗਾ ਬਜਾਏ ਇਹਦੇ ਕਿ ਆਪਾਂ ਕੀ ਕਰਨਾ। ਹਾਂ, ਪੂਲ 'ਚ ਆਪਾਂ ਫਾਈਲ ਪਾਤੀ, ਆਪਣੀ ਆ ਗਈ ਤਾਂ ਉਹਦੇ ਵਰਗੀ ਗੱਲ ਕੋਈ ਨਹੀਂ, ਪਰ ਜੇ ਨਾ ਵੀ ਆਈ ਤਾਂ ਆਪਾਂ ਨੂੰ ਇੱਕ ਰਸਤਾ ਮਿਲ ਜੂਗਾ। ਮੈਂ ਤੁਹਾਨੂੰ ਇਸ ਡਰਾਅ ਤੋਂ ਬਾਅਦ ਇਹ ਦੱਸ ਸਕਦਾ ਵੀ ਤੁਸੀਂ ਐਕਸਪ੍ਰੈਸ ਐਂਟਰੀ ਦੇ ਸਿਰ ਤੇ ਬੈਠੇ ਰਹਿਣਾ ਜਾਂ ਆਪਾਂ ਤੁਹਾਡੀ ਕਿਸੇ ਹੋਰ ਪਾਸੇ PR ਕਰਵਾਈਏ। ਬਸ ਬਾਈ ਜੀ ਸਿੱਧੀ ਜੀ ਇੰਨੀ ਗੱਲ। ਬਾਈ ਜੀ ਇੱਥੇ ਪਹਿਲਾਂ ਤਾਂ ਮੈਂ ਸਾਰੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਜਲਦੀ ਹੀ ਸਾਡਾ ਆਫਿਸ ਨਾਇਗਰਾ ਫਾਲ ਦੇ ਵਿੱਚ ਅਸੀਂ ਸ਼ੁਰੂ ਕਰਨ ਲੱਗੇ ਹਾਂ, ਅਤੇ ਉਹਦੇ ਵਿੱਚ ਅਸੀਂ ਕੁਛ ਆਫਰਸ ਵੀ ਰੱਖਾਂਗੇ, ਠੀਕ ਹੈ, ਹਰ ਇੱਕ ਸਟਰੀਮ ਦੇ ਰਿਲੇਟਡ, ਠੀਕ ਹੈ। ਅਗਰ ਤੁਸੀਂ ਉਹਦੇ ਵਿੱਚ ਫੋਲ ਕਰੋਗੇ ਤਾਂ ਡੈਫੀਨੇਟਲੀ ਤੁਸੀਂ ਉਸ ਆਫਰ ਦਾ ਫਾਇਦਾ ਲੈ ਸਕੋਗੇ, ਠੀਕ ਹੈ। ਅਤੇ ਜਲਦੀ ਹੀ ਅਸੀਂ ਜਿਹੜੀਆਂ ਡੇਟਸ ਵਗੈਰਾ ਤਾਂ ਅਸੀਂ ਅਨਾਊਂਸ ਕਰੀ ਬੈਠੇ ਹਾਂ, ਠੀਕ ਹੈ, ਅਤੇ ਜਲਦੀ ਹੀ ਅਸੀਂ ਉਸ ਚੀਜ਼ ਨੂੰ ਐਕਸਪੈਂਡ ਕਰਾਂਗੇ, ਠੀਕ ਹੈ। ਹੋਰ ਪ੍ਰੋਵਿੰਸਿਸ ਦੇ ਵਿੱਚ ਵੀ ਅਸੀਂ ਐਕਸਪੈਂਡ ਕਰਾਂਗੇ, ਅਤੇ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਪਿਆਰ ਸਤਿਕਾਰ ਦਿੰਦੇ ਆ ਸਾਨੂੰ ਦੋਨਾਂ ਨੂੰ, ਠੀਕ ਹੈ। ਬਹੁਤ ਵਧੀਆ, ਸਾਡੇ ਲਈ ਬਹੁਤ ਪਿਆਰ ਭਰੀ ਗੱਲ ਹੁੰਦੀ ਆ। ਸੋ ਅਸੀਂ 4 ਜੁਲਾਈ ਨੂੰ ਅਸੀਂ ਆਰੰਭ ਕਰਨ ਲੱਗੇ ਹਾਂ ਇਹ ਆਫਿਸ, ਠੀਕ ਹੈ। ਅਤੇ ਮੋਸਟ ਵੈਲਕਮ ਆ। ਜਿਹੜੀਆਂ ਲੋਕੇਸ਼ਨਸ ਤੁਹਾਨੂੰ ਡੈਫੀਨੇਟਲੀ ਦੱਸੀਆਂ ਜਾਣਗੀਆਂ, ਠੀਕ ਹੈ, ਜਲਦੀ ਹੀ ਅਪਡੇਟ ਹੋਣਗੀਆਂ। ਸੋ ਇਹ ਇੱਕ ਬਹੁਤ ਚੰਗੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਸੀ। ਅਤੇ ਬਾਕੀ ਬਾਈ ਜੀ ਵਧਾਈਆਂ ਤੁਹਾਨੂੰ ਵੀ, ਠੀਕ ਹੈ, ਵੀ ਆਪਾਂ ਐਕਸਪੈਂਡ ਕਰਨ ਲੱਗੇ ਹਾਂ ਥੋੜ੍ਹਾ ਜਿਹਾ ਹੋਰ। ਬਿਲਕੁਲ, ਧੰਨਵਾਦ ਬਾਈ ਜੀ। ਤੇ ਇਹ ਸਾਰਿਆਂ ਦਾ ਪਿਆਰ ਹੀ ਆ ਜੀ, ਜੇ ਆਪਾਂ ਇਸ ਕਾਬਲ ਹੋਏ ਆ ਵੀ ਆਪਾਂ ਐਕਸਪੈਂਡ ਕਰ ਰਹੇ ਹਾਂ, ਤੇ ਐਵੇਂ ਪਿਆਰ ਮਿਲਦਾ ਰਿਹਾ ਤੇ ਆਪਾਂ ਬਿਲਕੁਲ ਫਿਊਚਰ ਦੇ ਵਿੱਚ ਹੋਰ ਵੀ ਅੱਗੇ ਐਕਸਪੈਂਡ ਜ਼ਰੂਰ ਕਰਦੇ ਰਵਾਂਗੇ। ਠੀਕ ਹੈ ਜੀ। ਸੋ ਇੱਥੇ ਇੱਕ ਸਾਡੀ ਬਹੁਤ ਪਿਆਰੀ ਜੀ ਇੱਕ ਕੋਸ਼ਿਸ਼ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਸਤੰਬਰ ਤੋਂ ਲੈ ਕੇ ਜਿਹੜਾ ਅੱਗੇ ਨੈਕਸਟ ਇਨਟੇਕ ਹੈ, ਕਿਉਂਕਿ ਹੁਣ ਤਾਂ ਆਲਮੋਸਟ ਸਾਰੇ ਇਨਟੇਕਸ ਫੁੱਲ ਹੋ ਚੁੱਕੇ ਨੇ, ਠੀਕ ਹੈ। ਅਤੇ ਜੇ ਤੁਸੀਂ ਸਾਡੇ ਕੋਲ 2023 ਇਨਟੇਕ ਦੇ ਲਈ ਆਉਣੇ ਹੋ ਸਟੱਡੀ ਪਰਮਿਟ ਦੇ ਲਈ, ਤਾਂ ਸਾਡੀ ਕੋਈ ਫੀਸ ਨਹੀਂ ਹੋਊਗੀ ਐਪਲੀਕੇਸ਼ਨ ਦੀ, ਠੀਕ ਹੈ। ਅਤੇ ਸਤੰਬਰ ਇਨਟੇਕ ਦੀ ਵੀ ਕੋਈ ਫੀਸ ਨਹੀਂ ਹੋਊਗੀ। ਰਜਿਸਟ੍ਰੇਸ਼ਨ ਤੁਸੀਂ ਕਰਾ ਸਕਦੇ ਹੋ, ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ, ਠੀਕ ਹੈ। ਨੈਕਸਟ ਆਪਦੀ ਅਸੈਸਮੈਂਟ ਕਰਾ ਸਕਦੇ ਹੋ ਸਾਡੇ ਤੋਂ, ਠੀਕ ਹੈ। ਸੋ ਉਹ ਇਸੇ ਖੁਸ਼ੀ ਦੇ ਵਿੱਚ ਹੀ ਹੈ ਬਾਈ ਜੀ ਆਪਣੇ, ਠੀਕ ਹੈ। ਥੈਂਕ ਯੂ ਸੋ ਮਚ ਬਾਈ ਜੀ, ਤੁਸੀਂ ਇਹ ਆਫਰ ਸਾਡੇ ਨਾਲ ਸਾਂਝਾ ਕੀਤਾ। ਤੇ ਜੀ ਬਿਲਕੁਲ, ਦੇਖੋ ਜੇ ਆਪਾਂ ਨੂੰ ਖੁਸ਼ੀ ਹੈ ਤਾਂ ਸਭ ਨਾਲ ਸਾਂਝੀ ਕਰਨੀ ਬਣਦੀ ਹੈ ਜੀ। ਠੀਕ ਹੈ ਜੀ, ਠੀਕ ਹੈ, ਠੀਕ ਹੈ। ਹੁਣ ਬਾਈ ਜੀ ਅਗਲਾ ਸਵਾਲ ਦੱਸੋ ਵੀ ਕਿੰਨੇ ਕੁ ਸਕੋਰ ਤੱਕ ਗੱਲਬਾਤ ਜਾਏਗੀ ਆ ਜਿਹੜੀ ਐਕਸਪ੍ਰੈਸ ਐਂਟਰੀ ਦੇ ਡਰਾਅ ਵਾਲੀ ਆ? ਦੇਖੋ, ਸਕੋਰ ਸਿਮਰ ਅਗੇਨ ਡਿਪੈਂਡ ਕਰਦਾ, ਬਹੁਤ ਸਿੱਧਾ ਸਿੱਧਾ ਇਹਦਾ ਮਤਲਬ ਕੋਈ ਡਿਪਲੋਮੈਟਿਕ ਜਵਾਬ ਹੈ ਨਹੀਂ, ਇਹਦਾ ਸਿੱਧਾ ਸਿੱਧਾ ਜਵਾਬ ਹੈ ਸਿਰਫ ਇਸ ਚੀਜ਼ ਤੇ ਡਿਪੈਂਡ ਕਰੂਗਾ ਵੀ ਉਹ FSW ਨੂੰ ਇਸ 'ਚ ਸ਼ਾਮਲ ਕਰਦੇ ਆ ਜਾਂ ਨਹੀਂ ਕਰਦੇ। ਜੇ FSW ਨੂੰ ਸ਼ਾਮਲ ਕਰਦੇ ਆ, ਸਿਰਫ 3500 ਵਾਲਾ ਜਿਹੜਾ ਆਪਣਾ ਜਨਰਲ ਡਰਾਅ ਹੁੰਦਾ ਉਵੇਂ ਡਰਾਅ ਰੱਖਦੇ ਆ, ਤਾਂ ਸਕੋਰ ਆਪਾਂ ਮੰਨ ਕੇ ਚੱਲ ਸਕਦੇ ਹਾਂ ਵੀ ਮੈਂ ਕਹਿੰਦਾ ਵੀ 600 ਦੇ ਨੇੜੇ ਤੇੜੇ ਰਹੂਗਾ।
ਬਟ ਜੇ FSW ਨੂੰ ਸ਼ਾਮਲ ਨਹੀਂ ਕਰਦੇ ਫਿਰ ਇਟਸ ਅਨਦਰ ਸਟੋਰੀ। ਕਿਉਂਕਿ ਜੇ ਆਪਾਂ ਪੂਲ ਦੇਖੀਏ ਤਾਂ ਉਹ 3500 ਦੇ ਵਿੱਚ ਮਤਲਬ ਵੈਸੇ ਤਾਂ ਕਹਿ ਲਓ ਵੀ 700 ਤੋਂ ਉੱਪਰ ਵਾਲੇ ਬੰਦੇ ਵੀ ਬੈਠੇ ਆ, ਪਰ ਵੀ ਆਪਾਂ ਮੈਂ ਉਹਨਾਂ ਕੁ ਹਿਸਾਬ ਲਾਇਆ ਵੀ ਉਹ ਰਲਾ ਮਿਲਾ ਕੇ ਵੀ ਜੇ 3500 ਕੱਢੀਏ ਤਾਂ 600 ਤੱਕ ਚਲੋ ਆਪਾਂ ਮੋਟਾ ਜਿਹਾ ਅੰਦਾਜ਼ਾ ਕਹਿ ਸਕਦੇ ਹਾਂ, ਕਹਿ ਲਓ 50-100 ਇੱਧਰ ਉੱਧਰ। ਬਟ ਇਹੀ ਆ ਵੀ ਪਹਿਲਾ ਡਰਾਅ ਤਾਂ ਬਸ ਇਹ ਆ ਵੀ ਇਹ ਕਹਿ ਲਓ ਟਰਾਇਲ ਵਾਂਗੂ ਇਹਨੂੰ ਦੇਖਣਾ ਹੀ ਆ ਆਪਾਂ ਵੀ ਹਾਂ ਜਾ ਕਿੱਧਰ ਨੂੰ ਰਹੀ ਹੈ ਗੱਲ। ਬਾਈ ਜੀ ਅਗਲਾ ਸਵਾਲ ਤੇ ਆਉਣੇ ਆ, ਉਹ ਹੈਗਾ ਕਿ ਸਪਾਊਸ ਓਪਨ ਵਰਕ ਪਰਮਿਟ ਜਿਹੜਾ ਆਪਣਾ ਆਲਵੇਜ਼ ਹੌਟ ਟੌਪਿਕ ਰਿਹਾ, ਠੀਕ ਹੈ ਤੇ ਉਹ ਮਸਲਾ ਇਹ ਬਣਿਆ ਹੋਇਆ ਕਿ ਭਾਊ ਹੋਣੀ ਕਹਿੰਦੇ ਵੀ ਕਈਆਂ ਦੇ ਰਿਜ਼ਲਟ 3 ਮਹੀਨਿਆਂ 'ਚ ਆਈ ਜਾਂਦੇ ਆ ਤੇ ਕਈਆਂ ਦੇ 6 'ਚ ਆਈ ਜਾਂਦੇ ਤੇ ਕਈਆਂ ਦੇ ਸਾਲ ਹੋ ਗਿਆ, ਠੀਕ ਹੈ। ਰਿਜ਼ਲਟ ਕਰੰਟ ਸਿਚੁਏਸ਼ਨ ਕਿੱਦਾਂ ਦੀ ਗੱਲਬਾਤ ਚੱਲ ਰਹੀ, ਕਿੱਦਾਂ ਦੇ ਰਿਜ਼ਲਟ ਆ ਰਹੇ ਆ, ਸੋ ਕੀ ਤੁਸੀਂ ਉਮੀਦ ਕਰ ਸਕਦੇ ਹੋ ਆਉਣ ਵਾਲੇ ਟਾਈਮ ਦੇ ਵਿੱਚ? ਸੋ ਸਪਾਊਸਲ ਓਪਨ ਵਰਕ ਪਰਮਿਟ 'ਚ ਜਿਹੜੇ ਟ੍ਰੈਂਡ ਨੇ ਜੀ, ਇੱਕ ਤਾਂ ਮਾਹੌਲ ਬਹੁਤ ਪੋਜ਼ਿਟਿਵ ਆ। ਜੇ ਫਾਈਲ ਦੇ ਵਿੱਚ ਕੋਈ ਗਲਤੀ ਹੈਗੀ ਨਹੀਂ, ਜੇ ਤੁਹਾਡੀ ਫਾਈਲ ਬਹੁਤ ਵਧੀਆ ਲੱਗੀ ਆ, ਤੁਸੀਂ ਸਾਰਾ ਕੁਝ ਐਕਸਪਲੇਨ ਕੀਤਾ, ਤਾਂ ਮੋਸਟ ਰਿਜ਼ਲਟ ਨੇ ਜਿਹੜੇ ਉਹ ਪੋਜ਼ਿਟਿਵ ਆ ਰਹੇ ਨੇ। ਮਾਹੌਲ ਵਧੀਆ ਬਣਿਆ ਹੋਇਆ ਇਸ ਟਾਈਮ ਤੇ। ਦੂਜੀ ਇੱਕ ਚੀਜ਼ ਇਹ ਆ ਵੀ ਜਿਹੜੀ ਮੈਂ ਦੇਖੀ ਆ ਕਿ ਜਿਵੇਂ ਆਪਣੀਆਂ ਫਾਈਲਾਂ ਨੇ ਕਾਫੀ ਹੱਦ ਤੱਕ ਆਪਣਾ ਨਵੰਬਰ ਦਸੰਬਰ ਸਾਰਾ ਕਲੀਅਰ ਹੈ, ਆਪਣਾ ਜਨਵਰੀ ਫੈਬਰਰੀ ਵੀ ਆਪਣਾ ਸ਼ੁਰੂ ਹੋ ਗਿਆ। ਸੋ ਮਤਲਬ ਆਪਣਾ ਤਾਂ 4 ਤੋਂ 5 ਮਹੀਨੇ ਵਾਲੇ ਆਪਾਂ ਮਤਲਬ ਟ੍ਰੈਂਡ ਦੇ ਉੱਪਰ ਹੈਗੇ ਆ। ਸੋ ਇਹਦੇ 'ਚ ਕੁਛ ਇਹ ਵੀ ਫਰਕ ਹੋ ਸਕਦਾ ਵੀ ਹਾਂ ਵੀ ਆਫਿਸਰ ਨੂੰ ਕਿੰਨੀ ਆਸਾਨੀ ਹੋ ਰਹੀ ਆ ਫਾਈਲ ਪੜ੍ਹਨ 'ਚ ਜਾਂ ਜਿਵੇਂ ਵੀ ਆ। ਸੋ ਟ੍ਰੈਂਡ 4-5 ਮਹੀਨਿਆਂ ਤੇ ਆ ਗਿਆ, ਮਤਲਬ 5 ਮਹੀਨੇ ਵਾਲੇ ਤਾਂ ਆਪਾਂ ਆਮ ਹੀ ਦੇਖ ਰਹੇ ਹਾਂ, ਹੁਣ 6 ਵਾਲੇ ਬਹੁਤ ਹੋ ਗਏ ਵੀ ਜਿਹੜਾ ਪਹਿਲਾਂ 7-8 ਵਾਲਾ ਮੈਜੋਰਟੀ ਸੀ ਉਹ ਸ਼ਿਫਟ ਕਰ ਰਿਹਾ 5-6 ਵਾਲੇ ਪਾਸੇ ਨੂੰ। ਤੇ ਮਤਲਬ ਹੋਪਫੁਲੀ ਇਹ 3-4 ਨੂੰ ਕਰੇ ਸ਼ਿਫਟ। ਅੱਗੇ ਨੂੰ ਆਪਣੀ ਕੋਸ਼ਿਸ਼ ਇਹੀ ਆ ਵੀ ਹਾਂ ਵੀ ਆਪਾਂ ਕਹਿ ਲਓ ਵੀ ਆਪਣੇ ਵੱਲੋਂ ਤਾਂ ਆਪਾਂ ਵਧੀਆ ਤੋਂ ਵਧੀਆ ਉਹ ਕਰਕੇ ਭੇਜਦੇ ਹਾਂ ਵੀ ਆਫਿਸਰ ਨੂੰ ਸੌਖਾ ਰਹੇ, ਵੀ ਫਾਈਲ ਦੇਖ ਕੇ ਉਹਨੂੰ ਸਮਝ ਆ ਜਾਏ ਗੱਲ ਤੇ ਅਗਲਾ ਘੁੱਗੀ ਮਾਰੇ ਬੰਦਾ ਇੱਥੇ ਪਹੁੰਚੇ, ਆਪਾਂ ਵੀ ਧੰਨਵਾਦ ਕਰਕੇ ਪਾਸੇ ਹੋਈਏ ਤੇ ਅਗਲਾ ਵੀ ਇੱਥੇ ਆਪਣੀ ਲਾਈਫ ਸ਼ੁਰੂ ਕਰੇ। ਠੀਕ ਹੈ ਜੀ, ਆਪਣਾ ਵੀ ਮਕਸਦ ਇਹੀ ਆ, ਉਹਨਾਂ ਦਾ ਵੀ ਮਕਸਦ ਇਹੀ ਆ, ਬੈਕਲੌਗ ਨਾ ਹੀ ਬਣਨ ਤਾਂ ਚੰਗਾ। ਸੋ ਜੇ ਐਵੇਂ ਚੱਲਦਾ ਰਿਹਾ ਤਾਂ ਮਤਲਬ ਇਹ ਆ ਵੀ ਮੈਨੂੰ ਲੱਗਦਾ ਵੀ 5 ਮਹੀਨੇ ਵਾਲਾ ਜਿਹੜਾ ਟ੍ਰੈਂਡ ਆ 4-5 ਵਾਲਾ, ਉਹ ਆਪਾਂ ਨੂੰ ਫਿਊਚਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ, ਅਨਲੈਸ ਵੀ ਕੋਈ ਹੋਰ ਕਿਸੇ ਪਾਸਿਓਂ ਕੋਈ ਨਵਾਂ ਸੱਪ ਨਾ ਕੱਢ ਦੇਣ। ਨਹੀਂ ਬਾਈ ਜੀ, ਇੱਥੇ ਇੱਕ ਸਵਾਲ ਇਹ ਆ ਗਿਆ ਕਿ ਉਹ ਕਹਿੰਦੇ ਵੀ ਤੁਸੀਂ 20 ਵਾਲਿਆਂ ਦੀ ਗੱਲ ਹੀ ਨਹੀਂ ਕਰਦੇ, ਠੀਕ ਹੈ ਜੀ, ਤੁਸੀਂ 20 ਵਾਲਿਆਂ ਦੀ ਗੱਲ ਆਪਾਂ ਅੱਗੇ ਜਾ ਕੇ ਕਰਾਂਗੇ, ਜਿਹੜਾ ਆਪਾਂ ਰੀਸੈਂਟਲੀ ਉਹ ਟਰਾਇਲ ਜਿਹਾ ਕਰਦੇ ਹੁੰਦੇ ਆ। ਸੋ ਰਿਜ਼ਲਟ ਵਾਲਾ ਵੀ ਕਿੱਦਾਂ ਤੁਸੀਂ ਜਲਦੀ ਲੈ ਸਕਦੇ ਜੇ ਪ੍ਰੋਸੈਸਿੰਗ ਟਾਈਮ ਓਵਰ ਹੋ ਗਿਆ। ਕਰੰਟਲੀ ਕਿੱਦਾਂ ਦੀਆਂ ਪ੍ਰੋਫਾਈਲਾਂ ਤੇ ਤੁਹਾਨੂੰ ਰਿਜ਼ਲਟ ਦੇਖਣ ਨੂੰ ਮਿਲੇ ਆ ਕਿ ਜਿਨ੍ਹਾਂ ਦੀਆਂ ਸਟੱਡੀ ਆਲਮੋਸਟ ਓਵਰ ਹੋ ਗਈਆਂ, ਜਾਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਜਿਨ੍ਹਾਂ ਦੇ ਘਰ ਵਾਲਾ ਜਾਂ ਘਰ ਵਾਲੀ, ਜਾਂ ਮਿਕਸ ਜਿਹਾ ਚੱਲ ਰਿਹਾ ਸਟਾਫ? ਦੇਖੋ, ਇੱਕ ਤਾਂ ਜਿਹੜਾ ਇੱਕ ਨਵਾਂ ਟ੍ਰੈਂਡ ਹੈ ਉਹ ਇਹ ਆ ਵੀ ਪਹਿਲਾਂ ਹੁਣ ਵੀ ਵਿੱਚ ਫਾਈਲਾਂ ਰਿਜੈਕਟ ਹੋ ਰਹੀਆਂ ਨੇ, ਬਟ ਪਹਿਲਾਂ ਇਸ ਚੀਜ਼ ਤੇ ਬਹੁਤ ਫਾਈਲ ਉਹ ਰਿਜੈਕਟ ਕਰ ਰਹੇ ਸੀ ਕਿ ਤੁਹਾਡੀ ਤਾਂ ਜੀ ਸਟੱਡੀ ਕੰਪਲੀਟ ਹੋ ਗਈ। ਹੁਣ ਮੌਕਾ ਦੇ ਰਹੇ ਆ। ਆਪਾਂ ਨੂੰ ਕੁਝ ਇੰਟਰਵਿਊਜ਼ ਚੋਂ ਵੀ ਪਤਾ ਲੱਗਿਆ ਵੀ ਉੱਥੇ ਇੰਟਰਵਿਊ ਵਾਲੇ ਨੇ ਸਾਫ਼ ਹੀ ਕਹਿਤਾ ਕਿ ਠੀਕ ਆ, ਤੁਹਾਡਾ ਇੰਟਰਵਿਊ ਤੋਂ ਅਸੀਂ ਸੈਟਿਸਫਾਈਡ ਆ, ਪਰ ਕਿਉਂਕਿ ਤੁਹਾਡਾ ਵਰਕ ਪਰਮਿਟ ਆ ਜੇ ਉਹ ਅਪਲਾਈ ਹੋਣਾ ਤਾਂ ਵੇਟ ਕਰੋ। ਮਤਲਬ ਉਹ ਮੌਕਾ ਦੇ ਰਹੇ ਆ, ਉਹ ਇਹ ਨਹੀਂ ਕਹਿ ਰਹੇ ਵੀ ਸਟੱਡੀ ਖਤਮ ਹੋ ਗਈ, ਤੁਸੀਂ C42 ਦੇ ਵਿੱਚ ਜਾਂਦੇ ਨਹੀਂ ਹੈਗੇ ਤੇ ਤੁਹਾਨੂੰ ਬਸ ਅਸੀਂ ਕੁਝ ਕਰਨਾ ਹੀ ਹੈ ਨਹੀਂ। ਮਤਲਬ ਉਹ 42 ਤੋਂ 41 ਕਰਨ ਨੂੰ ਤੁਹਾਨੂੰ ਟਾਈਮ ਦੇ ਰਹੇ ਆ। ਸੋ ਇਹ ਇੱਕ ਵਧੀਆ ਉਹ ਆ। ਪਿੱਛੇ ਜੇ ਆਪਾਂ ਟ੍ਰੈਂਡ ਦੇਖਿਆ ਸੀ ਵੀ ਉਹ 3 ਮਹੀਨੇ ਉਹ ਕਾਗਜ਼ ਪੱਤਰ ਜਮ੍ਹਾਂ ਕਰਾਉਣ ਨੂੰ ਦੇਣ ਲੱਗ ਪਏ ਸੀ, ਹੁਣ ਦੁਬਾਰੇ ਫੇਰ ਹਫ਼ਤੇ 2 ਹਫ਼ਤੇ ਤੇ ਆਏ ਹੋਏ ਆ। ਸੋ ਇਹ ਆ ਵੀ ਥੋੜੀ ਜਿਹੀ ਪ੍ਰੋਸੈਸਿੰਗ ਆ ਜਿਹੜੀ ਉਹ ਪੋਜ਼ਿਟਿਵ ਮੂਡ 'ਚ ਚੱਲ ਰਹੀ ਆ, ਤੇ ਆਪਣੀ ਦੁਆ ਇਹੀ ਆ ਵੀ ਚੱਲਦੀ ਰਹੇ। ਬਾਕੀ ਜਿਵੇਂ ਤੁਸੀਂ ਕਿਹਾ ਵੀ ਰਿਜ਼ਲਟ ਨੋ ਡਾਊਟ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲਿਆਂ ਦੇ ਬੈਟਰ ਨੇ ਸਟੱਡੀ ਵਾਲਿਆਂ ਨਾਲੋਂ। ਜੇ ਆਪਾਂ ਟ੍ਰੈਂਡ ਐਨਾਲਿਸਿਸ ਕਰੀਏ, ਇਹ ਵੀ ਮਤਲਬ ਮੈਂ ਆਲੇ ਦਾਲੇ ਵਾਲੇ ਟ੍ਰੈਂਡ ਐਨਾਲਿਸਿਸ ਕਰ ਰਿਹਾ ਕਿਉਂਕਿ ਆਪਣਾ ਡਾਟਾ ਬਾਇਸਡ ਹੋਊਗਾ, ਆਪਣੀ ਰਿਜੈਕਸ਼ਨ ਹੀ ਕੋਈ ਹੈ ਨਹੀਂ। ਸੋ ਆਪਾਂ ਨਹੀਂ ਦੱਸ ਸਕਦੇ, ਪਰ ਇਹ ਮੈਂ ਇਹ ਆ ਵੀ ਜਿਹੜੇ ਆਪਾਂ ਆਲੇ ਦੁਆਲੇ ਤੋਂ ਪੁੱਛਦੇ ਆ ਜਾਂ ਆਪਣੇ ਕੋਲ ਰਿਜੈਕਸ਼ਨ ਵਾਲੇ ਕੇਸ ਆਉਂਦੇ ਆ ਜਾਂ ਮਤਲਬ ਕਿਤੇ ਗਰੁੱਪਾਂ 'ਚ ਗੱਲ ਹੁੰਦੀ ਆ, ਮਤਲਬ ਉਹਨਾਂ ਤੋਂ ਜੋ ਮੈਂ ਇਕੱਠਾ ਕੀਤਾ, ਆਪਣਾ ਤਾਂ ਮਤਲਬ ਉਹੀ ਵੀ 24/6 ਨੂੰ 6:24 ਹੋ ਗਏ ਅੱਜ ਤੱਕ ਵੀ ਹੱਥ ਖੜਾ ਕਰਕੇ ਨੋ ਰਿਜੈਕਸ਼ਨ ਆ। ਹਾਂ 25 ਤੇ ਅਜੇ ਕਹਿ ਨਹੀਂ ਸਕਦੇ। ਇਹ ਤਾਂ ਆਪਣਾ ਬਾਈ ਫਿਰ ਹਮੇਸ਼ਾ ਹੀ ਉਹ ਪੱਟ ਤੇ ਥਾਪੀ ਮਾਰਨ ਵਾਲੀ ਗੱਲ ਹੋਈ ਪਈ ਆ ਵੀ
ਅੱਜ ਹੁਣ ਤੱਕ ਦਾ ਸਾਡੀ ਕੋਈ ਰਿਫਿਊਜ਼ਲ ਨਹੀਂ, ਅੱਗੇ ਆ ਜੇ ਵੇਖੀ ਜਾਊਗੀ। ਨਹੀਂ ਸੋ ਦੇਖੋ, ਉਹ ਆਪਾਂ ਜਿਹੜੀ ਬਾਏ ਲਾ ਗੱਲ ਕਰਦੇ ਹਾਂ ਵੀ ਗਰੰਟੀ ਅਸੀਂ ਦੇ ਨਹੀਂ ਸਕਦੇ, ਸਾਨੂੰ ਕਾਨੂੰਨ ਇਜਾਜ਼ਤ ਦਿੰਦਾ ਨਹੀਂ। ਹਾਂ, ਜਿਹੜੇ ਫੈਕਟ ਨੇ, ਫੈਕਟ ਇਹ ਆ ਅੱਜ ਦੇ ਟਾਈਮ ਇਸ ਟਾਈਮ ਤੱਕ ਹੈ ਨਹੀਂ, ਸੋ ਉਹ ਆਪਾਂ ਜ਼ਰੂਰ ਦੱਸ ਸਕਦੇ ਹਾਂ। ਉਹੀ ਤਾਂ ਗੱਲ ਆ ਨਾ, ਕਈ ਵਾਰ ਆਪਣੇ ਹੁਣ ਲਗਾਤਾਰ ਆਪਾਂ ਕੰਸਲਟੇਸ਼ਨਸ ਕਰਦੇ ਹਾਂ ਬਾਈ, ਤਾਂ ਬੜਾ ਹੈਰਾਨ ਹੋ ਜਾਂਦੇ ਆ ਬੰਦੇ ਵੀ ਯਾਰ ਬਾਈ ਤੁਸੀਂ ਇਹ ਕੀ ਦੋਨਾਂ ਨੇ ਕਹਿਤਾ। ਠੀਕ ਹੈ ਬਾਈ, ਜਿਹੜੀ ਵੀ ਗੱਲ ਹੈਗੀ ਅਸੀਂ ਕਲੀਅਰ ਕਰੀ ਦੀ, ਹਮੇਸ਼ਾ ਸਾਹਮਣੇ ਰੱਖ ਕੇ ਚੱਲੀ ਦਾ। ਸੋ ਅਗਲਾ ਸਵਾਲ ਬਾਈ ਜੀ ਉਹ ਪੁੱਛਦੇ ਆ ਕਿ ਬਹੁਤ ਸਾਰੇ ਕੈਨੇਡਾ ਸਪਾਊਸ ਓਪਨ ਵਰਕ ਪਰਮਿਟ ਵਾਲੇ ਐਪਲੀਕੈਂਟ ਹੈਗੇ ਜਿਨ੍ਹਾਂ ਦੇ ਰਿਜ਼ਲਟ ਨਹੀਂ ਆ ਰਹੇ। 2020 ਦੀਆਂ ਫਾਈਲਾਂ ਲੱਗੀਆਂ ਹੋਈਆਂ, ਉਹ ਸਟਕ ਹੋਈਆਂ ਪਈਆਂ। ਠੀਕ ਹੈ ਜੀ, ਸੋ ਉਹਨਾਂ ਨੇ ਜੇ ਆਪਦਾ ਰਿਜ਼ਲਟ ਜਾਂ ਆਪਦੀ ਫਾਈਲ ਨੂੰ ਹਿੱਲ ਚੁੱਲ ਕਰਨੀ ਆ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ? ਇੱਕ ਬਾਈ ਜੀ ਰਿਟ ਅਮੈਂਡਮੈਂਟਸ ਦੇ ਬਾਰੇ ਮਾੜੀ ਜੀ ਗੱਲਬਾਤ ਕਰੋ, ਕਿਉਂਕਿ ਆਪਣੇ ਮਾਧਿਅਮ ਰਾਹੀਂ ਹੀ ਇਹ ਗੱਲ ਬਾਹਰ ਆਈ ਸੀ, ਤਾਂ ਬਹੁਤ ਸਾਰੇ ਜਿਹੜੇ ਸਪਾਊਸ ਓਪਨ ਵਰਕ ਪਰਮਿਟ ਵਾਲੇ ਭੈਣ ਭਰਾ ਹੈਗੇ ਆ ਜਿਨ੍ਹਾਂ ਦੀਆਂ ਐਪਲੀਕੇਸ਼ਨਾਂ 2020 ਦੀਆਂ ਲੱਗੀਆਂ ਹੋਈਆਂ, ਉਹ ਸਟਕ ਹੋਈਆਂ ਪਈਆਂ। ਠੀਕ ਹੈ, ਤੇ ਉਹਨਾਂ ਦੇ ਬਾਰੇ ਗੱਲ ਦੱਸੋ, ਜਿਵੇਂ ਕਿ ਆਪਾਂ ਐਜ਼ ਏ ਐਗਜ਼ਾਮਪਲ ਆਪਾਂ ਦੱਸ ਸਕਦੇ ਹਾਂ ਕਿ ਅੱਜ ਹੀ ਇੱਕ ਐਪਲੀਕੇਸ਼ਨ ਆਪਣੀ ਲੱਗੀ ਹੋਈ ਸੀ 2020 ਦੀ, ਜਨਵਰੀ 25 ਦੀ। ਠੀਕ ਹੈ, ਤੇ ਉਹਦਾ ਆਪਾਂ ਜੀ ਲਾਸਟ ਵੀਕ ਬਿਲਕੁਲ। ਜਿਹੜਾ ਰਿਟ ਆਫ ਅਮੈਂਡਮੈਂਟਸ ਵਾਸਤੇ ਗਏ ਸੀਗੇ। ਠੀਕ ਹੈ, ਤੇ ਅੱਜ ਉਹਨੂੰ ADR ਭੇਜਤੀ ਆ। ਸੋ ਇਹ ਰਿਟ ਆਫ ਅਮੈਂਡਮੈਂਟਸ ਹੈ ਕੀ ਆ, ਇਹ ਕਿੱਦਾਂ ਕੰਮ ਕਰਦਾ, ਤੇ ਇਹਦਾ ਬੈਨੀਫਿਟ ਕੀ ਆ, ਤੇ ਇਹਦੀ ਪ੍ਰੋਬਲਮ ਕੀ ਹੋ ਸਕਦੀ ਆ? ਸੋ ਪਲੀਜ਼ ਇਹਦੇ ਬਾਰੇ ਥੋੜਾ ਜਿਹਾ ਦੱਸੋ ਵੀ ਜਿਹੜਾ ਸਪਾਊਸ ਓਪਨ ਵਰਕ ਪਰਮਿਟ ਵਾਲੇ ਜਲਦੀ ਰਿਜ਼ਲਟ ਲੈ ਸਕਣ। ਜੀ ਸੋ ਸਿਮਰ, ਬਿਲਕੁਲ ਪਹਿਲਾਂ ਤਾਂ ਵਧਾਈਆਂ। ਮਤਲਬ ਉਹ ਜਿਹੜਾ ਆਪਣਾ ਕਹਿ ਲਓ ਵੀ 20 ਵਾਲਾ ਕੇਸ ਸੀ, ਉਹ ਮੈਨੂੰ ਲੱਗਦਾ ਬਹੁਤ ਖੁਸ਼ ਹੋਣਗੇ ਅੱਜ ਕਿ ਹਾਂਜੀ 20 ਤੋਂ ਬਾਅਦ ਅੱਜ ਉਹਨਾਂ ਦੀ ਫਾਈਲ ਤੇ ਦੁਬਾਰੇ ਜਾ ਕੇ 2 ਸਾਲਾਂ ਬਾਅਦ ਹਿਲ ਜੁਲ ਹੋਈ ਆ। ਸੋ ਰਿਟ ਆਫ ਮੈਂਡਮਸ ਜੇ ਆਪਾਂ ਇਨ ਜਰਨਲ ਸੈਂਸ ਦੇਖੀਏ, ਓਵਰਆਲ ਰਿਟ ਆਫ ਮੈਂਡਮਸ ਕੋਈ ਸਿਰਫ ਇਮੀਗ੍ਰੇਸ਼ਨ ਮਹਿਕਮੇ ਵਾਸਤੇ ਜਾਂ ਕੋਈ ਸਪਾਊਜ਼ਲ ਓਪਨ ਵਰਕ ਪਰਮਿਟ ਵਾਸਤੇ ਜਾਂ ਕੋਈ ਕਿਸੇ ਇਮੀਗ੍ਰੇਸ਼ਨ ਫਾਈਲ ਵਾਸਤੇ ਕੋਈ ਇਸ ਤਰੀਕੇ ਦੀ ਕੋਈ ਬੰਨੀ ਹੋਈ ਚੀਜ਼ ਹੈ ਨਹੀਂ। ਇੱਕ ਓਵਰਆਲ ਕਹਿ ਲਓ ਵੀ ਸਿਸਟਮ ਹੈ ਜੋ ਆਪਾਂ ਨੂੰ ਕੈਨੇਡਾ ਦਾ ਜਿਹੜਾ ਲਾਅ ਹੈ ਉਹ ਪ੍ਰੋਵਾਈਡ ਕਰਦਾ। ਇਹਦਾ ਸਿੱਧਾ ਜਿਹਾ ਮਤਲਬ ਇਹ ਆ ਵੀ ਕੈਨੇਡਾ ਦੇ ਵਿੱਚ ਕੋਈ ਵੀ ਮਹਿਕਮਾ ਜੇ ਤੁਹਾਨੂੰ ਉਹਨਾਂ ਦੀ ਬਣਦੀ ਰੀਜ਼ਨੇਬਲ ਟਾਈਮ ਲਾਈਨ ਦੇ ਵਿੱਚ ਰਿਜ਼ਲਟ ਨਹੀਂ ਦੇ ਰਿਹਾ, ਉਹ ਇਮੀਗ੍ਰੇਸ਼ਨ ਡਿਪਾਰਟਮੈਂਟ ਵੀ ਹੋ ਸਕਦਾ, ਉਹ ਕੋਈ ਵੀ ਮਹਿਕਮਾ ਹੋ ਸਕਦਾ, ਉਹ ਤੁਸੀਂ ਕੈਨੇਡਾ ਪੋਸਟ ਵੀ ਹੋ ਸਕਦਾ, ਉਹ ਕੋਈ ਬੈਂਕ ਵੀ ਹੋ ਸਕਦੀ ਹੈ, ਕੋਈ ਵੀ ਹੋ ਸਕਦਾ। ਜੇ ਆਪਾਂ ਨੂੰ ਉਹ ਰੀਜ਼ਨੇਬਲ ਟਾਈਮ ਲਾਈਨ ਦੇ ਵਿੱਚ ਆਪਾਂ ਨੂੰ ਉਹ ਰਿਜ਼ਲਟ ਨਹੀਂ ਦੇ ਰਹੇ, ਤਾਂ ਆਪਣਾ ਹੱਕ ਹੈ ਵੀ ਆਪਾਂ ਕੋਰਟ ਨੂੰ ਜਾ ਕੇ ਕਹੀਏ ਕਿ ਅਸੀਂ ਇਸ ਤਰੀਕ ਨੂੰ ਇਹ ਐਪਲੀਕੇਸ਼ਨ ਫਾਈਲ ਕੀਤੀ ਸੀ, ਇਹ ਜੀ ਜਿਹੜੀ ਰੀਜ਼ਨੇਬਲ ਟਾਈਮ ਲਾਈਨ ਆ ਉਹ 6 ਮਹੀਨੇ ਜਾਂ ਹੱਦ ਸਾਲ ਬਣਦੀ ਹੈ, ਸਾਨੂੰ ਦੂਜਾ ਸਾਲ ਹੋ ਚੱਲਿਆ, ਸਾਨੂੰ ਇਹਨਾਂ ਤੋਂ ਜਵਾਬ ਲੈ ਕੇ ਦਿਓ। ਸੋ ਉਹ ਤੋਂ ਬਾਅਦ ਕੋਰਟ ਕੀ ਕਰਦਾ, ਕੋਰਟ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਜਿਹੜਾ ਮਰਜ਼ੀ ਜਵਾਬ ਦਿਓ, ਪਰ ਇਹਨਾਂ ਨੂੰ ਜਵਾਬ ਤਾਂ ਦਿਓ ਨਾ, ਇਹਨਾਂ ਨੂੰ ਦੱਸੋ ਵੀ ਚੱਲ ਕੀ ਰਿਹਾ। ਸੋ ਇਹਦੇ 'ਚ ਬਹੁਤੀ ਵਾਰੀ ਇਹ ਹੁੰਦਾ ਵੀ ਇਹਦੇ ਤੇ ਕੋਈ ਕੇਸ ਨਹੀਂ ਲੜਿਆ ਜਾਂਦਾ। ਉਹ ਜਦ ਜਿਹੜਾ IRCC ਦਾ ਲਾਇਰ ਆ, ਉਹ ਦੇਖਦਾ ਕਿ ਹਾਂ ਇੱਥੇ ਗਲਤੀ ਤਾਂ ਆਪਣੀ ਆ, ਉਹ ਬਾਹਰੋਂ ਬਾਹਰ ਸੈਟਲਮੈਂਟ ਆਪਣੇ ਨਾਲ ਕਰ ਲੈਂਦੇ ਨੇ ਆਪਣੇ ਲਾਇਰ ਤੋਂ, ਜਿਹੜੀ ਕਹਿ ਲਓ ਵੀ ਉਹ ਫਾਈਲ ਦਾ ਜਿਹੜਾ ਡਾਟਾ ਉਹ ਪ੍ਰਾਇਰਟੀ ਬੇਸਿਸ ਤੇ ਆਫਿਸਰ ਕੋਲ ਜਾਂਦਾ, ਤਾਂ ਆਫਿਸਰ ਉਹਨੂੰ ਅੱਗੇ ਪ੍ਰੋਸੈਸ ਕਰਨਾ ਸ਼ੁਰੂ ਕਰ ਦਿੰਦੇ ਨੇ। ਸੋ ਇਹਦਾ ਦੇਖੋ ਕੋਈ ਵੀ ਨੁਕਸਾਨ ਨਹੀਂ ਹੈਗਾ ਜੀ। ਤੁਸੀਂ ਇਹ ਨਹੀਂ ਸੋਚਣਾ ਵੀ ਤੁਸੀਂ IRCC ਤੇ ਰਿਟ ਪਾਤੀ ਤਾਂ ਉਹ ਕੋਈ ਵੀ ਖੁੰਦਕ ਕੱਢ ਕੇ ਤੁਹਾਡੀ ਫਾਈਲ ਰਿਜੈਕਟ ਕਰ ਦੇਣਗੇ, ਉਹ ਐਸਾ ਬਿਲਕੁਲ ਨਹੀਂ ਕਰ ਸਕਦੇ। ਕਿਉਂਕਿ ਜੇ ਉਹ ਐਸਾ ਕਰਦੇ ਨੇ ਤਾਂ ਸਗੋਂ ਆਪਣੇ ਵਾਸਤੇ ਹੋਰ ਰਸਤੇ ਖੁੱਲਦੇ ਨੇ, ਮਤਲਬ ਉਹਨਾਂ ਤੇ ਜ਼ਿਆਦਾ ਪ੍ਰੈਸ਼ਰ ਬਣਦਾ ਉਸ ਚੀਜ਼ ਦਾ। ਸੋ ਜਿਹੜੇ ਵੀ ਬੰਦੇ ਦੀ ਫਾਈਲ ਆ ਜਿਹੜੀ ਉਹ 1.5 ਸਾਲ ਤੋਂ ਟੱਪੀ ਹੋਈ ਆ, 2 ਸਾਲ ਹੋ ਗਏ, 20 ਦੀਆਂ ਲੱਗੀਆਂ ਹੋਈਆਂ ਨੇ ਜਾਂ ਲਾ ਲਓ 19 ਦੀਆਂ ਵੀ ਕੁਝ ਪਈਆਂ ਨੇ, ਉਹਨਾਂ ਸਾਰਿਆਂ ਨੂੰ ਇਹ ਆਪਸ਼ਨ ਜ਼ਰੂਰ ਵਰਤਣੀ ਚਾਹੀਦੀ ਆ, ਤੇ ਇਹਦੇ ਰਿਜ਼ਲਟ ਬਹੁਤ ਵਧੀਆ ਨੇ। ਹਫਤੇ 2 ਹਫਤੇ 3 ਹਫਤੇ ਦੇ ਵਿੱਚ ਵਿੱਚ ਆਪਾਂ ਨੂੰ ਕੁਛ ਨਾ ਕੁਛ ਸੁਣਨ ਨੂੰ ਮਿਲ ਜਾਂਦਾ। ਤੇ ਬਾਈ ਜੀ ਇਹਦਾ ਜਾਨੀ ਕਿ ਕੋਈ ਵੱਡਾ, ਜਾਨੀ ਕਿ ਇੱਕ ਸਭ ਤੋਂ ਵੱਡਾ ਹੋਊਗਾ ਕਿ ਇਹ ਐ ਹੋ ਜਾਊਗਾ ਜਿਹੜੇ ਪੰਜਾਬ ਦੇ ਵਿੱਚ ਸੋ ਕਾਲਡ ਉਹ ਹੁੰਦੇ ਨਹੀਂ ਆ, ਠੀਕ ਹੈ ਭਾਊ ਅਸਲ ਨਹੀਂ 'ਚ ਬੈਠੇ ਆ। ਸਿਮਰ ਇਹਦੇ 'ਚ ਮਸਲਾ ਇਹ ਹੈ ਨਾ ਵੀ ਪੰਜਾਬ 'ਚ ਬੈਠਾ ਉਹ GC ਬਣਾ ਕੇ ਜਾਲੀ ਫਾਈਲਾਂ ਤਾਂ ਲਾ ਸਕਦੇ ਨੇ, ਪਰ ਪੰਜਾਬ 'ਚ ਕੋਈ ਬੈਠਾ ਬੰਦਾ ਰਿਟ ਆਫ ਮੈਂਡਮਸ ਨਹੀਂ ਪਾ ਸਕਦਾ। ਰੌਲਾ ਸਾਰਾ ਇੰਨਾ ਹੀ ਹੈ, ਹੋਰ ਨਹੀਂ ਇਹਦਾ ਤੇ ਹੁਣ ਕੋਈ ਨੂੰ ਇਹਨਾਂ ਨੇ ਮਸਲਾ ਪਾ ਨਹੀਂ। ਦੇਣੀ ਸੀ, ਨਹੀਂ ਹੁਣ ਨੂੰ ਇਹਨਾਂ ਨੇ ਪਾ ਦੇਣੀ ਸੀ। ਹਾਂ, ਨਹੀਂ ਨਹੀਂ, ਆਪਾਂ ਨੂੰ ਦੱਸਣ ਦੀ ਲੋੜ ਹੀ ਨਹੀਂ ਸੀ ਪੈਣੀ, ਹੁਣ ਨੂੰ ਉਹ ਚੈਨਲਾਂ ਤੇ ਚੱਲਿਆ ਹੋਣਾ ਸੀ ਵੀ ਤੁਸੀਂ ਰਿਟ ਆਫ ਮੈਂਡਮਸ ਪਾਓ।
ਠੀਕ ਹੈ ਬਾਈ ਜੀ, ਠੀਕ ਹੈ। ਸੋ ਜੇ ਤੁਸੀਂ ਵੀ, ਤੁਹਾਡੀ ਵੀ ਐਪਲੀਕੇਸ਼ਨ ਸਟਕ ਹੋਈ ਪਈ ਆ, ਸੋ ਤੁਸੀਂ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ, ਠੀਕ ਹੈ। ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ, ਸਾਡੇ ਸੋਸ਼ਲ ਮੀਡੀਆ 'ਤੇ ਰੀਚ ਕਰਕੇ ਸਾਡੇ ਤੋਂ ਇਸ ਬਾਰੇ ਜਾਣਕਾਰੀ ਲੈ ਸਕਦੇ ਹੋ। ਸਾਡੇ ਜੋ ਇਮੀਗ੍ਰੇਸ਼ਨ ਲਾਇਰ ਨੇ, ਠੀਕ ਹੈ, ਉਹ ਡੈਫੀਨੇਟਲੀ ਹੈਲਪ ਕਰਨਗੇ, ਠੀਕ ਹੈ। ਸੋ ਅਸੀਂ ਰੂਪਰੇਖਾ ਤੁਹਾਡੇ ਲਈ ਤਿਆਰ ਕਰ ਦਿੰਦੇ ਹਾਂ। ਸੋ ਇੱਕ ਬਾਈ ਗੁਰਿੰਦਰ ਸਿੰਘ ਦਾ ਮੈਸੇਜ ਆਇਆ ਸੀਗਾ, ਜਿਹਦਾ ਆਪਾਂ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਸੀ, ਅਤੇ ਬਾਈ ਦੀ ਐਪਲੀਕੇਸ਼ਨ ਜਮ੍ਹਾਂ ਖੜੀ ਪਈ ਸੀ, ਤੇ ਉਹ ਕੱਲ ਉਹਨਾਂ ਦਾ ਸਪਾਊਸਲ ਓਪਨ ਵਰਕ ਪਰਮਿਟ ਬਾਈ ਜੀ ਆ ਗਿਆ, ਤੇ ਉਹ ਨੱਚਦੇ ਟੱਪਦੇ ਫਿਰਦੇ ਆ। ਉਹ ਕਹਿੰਦੇ ਵੀ ਬਾਈ ਤੁਸੀਂ ਤੀਰ ਤੇ ਮਸਾਲਾ ਲਾ ਕੇ ਛੱਡਿਆ ਸੀ, ਉਹ ਤੀਰ ਸਿੱਧਾ ਜਾ ਕੇ ਉਹਨਾਂ ਦੀ ਛਾਤੀ 'ਚ ਵੱਜਿਆ, ਤੇ ਸਾਡਾ ਸਰ ਗਿਆ, ਸਾਨੂੰ ਬਹੁਤ ਖੁਸ਼ੀ ਆ। ਅਸੀਂ ਮਿਲਣਾ ਚਾਹੁੰਦੇ ਹਾਂ, ਠੀਕ ਹੈ। ਕੋਈ ਗਿਫਟ ਵਗੈਰਾ ਜਾਂ ਕੁਛ ਵੀ ਅਸੀਂ ਲਿਆਉਣਾ ਚਾਹੁੰਦੇ ਹਾਂ ਤੁਹਾਡੇ ਵਾਸਤੇ। ਮੈਂ ਕਿਹਾ ਜੀ ਕੋਈ ਨਾ, ਅਸੀਂ ਨਵਾਂ ਆਫਿਸ ਖੋਲ੍ਹ ਰਹੇ ਹਾਂ, ਤਾਂ ਉੱਥੇ ਬੈਠ ਕੇ ਆਪਾਂ ਜ਼ਰੂਰ ਗੱਲਾਂ ਬਾਤਾਂ ਕਰਾਂਗੇ। ਸੋ ਬਾਈ ਜੀ, ਇਹੋ ਜਿਹੀ ਜੀ ਕਿਹੜੀ ਤੁਸੀਂ ਉਹਦੇ ਵਿੱਚ ਜਾਣੀ ਕਿ ਚੀਜ਼ ਥੱਪਤੀ ਪਾਤੀ ਉਸ ਦੇ ਵਿੱਚ, ਕਿ ਜਿਹੜਾ ਉਹ ਉਹਨਾਂ ਦੀ ਆਪਣੀ ਵਿਜ਼ਟਰ ਵੀਜ਼ੇ ਵਾਲੀ ਐਪਲੀਕੇਸ਼ਨ ਉਹਨਾਂ ਨੇ ਦੇਖ ਕੇ ਤੇ ਦੂਜੀ ਚੀਜ਼ ਦਾ ਸਾਰਾ ਡਾਟਾ ਮੰਗ ਲਿਆ ਤੇ ਉਹਨੂੰ ਪ੍ਰੋਸੈਸ ਕਰਤਾ ਪਹਿਲਾਂ? ਜੀ ਦੇਖੋ ਸਿਮਰ, ਕਿਉਂਕਿ ਜਿਹੜਾ ਪਿਛਲਾ ਥੋੜਾ ਟਾਈਮ ਲੱਗਿਆ ਨਾ ਪੈਂਡੈਮਿਕ ਦੇ ਵਿੱਚ, ਅਸਲ 'ਚ ਕੁਛ ਤਾਂ ਪ੍ਰੋਬਲਮ ਸੀ। ਮਤਲਬ ਹਰ ਬੰਦਾ ਕਹਿ ਲਓ ਵੀ ਆਪਣੇ ਅਨਯੂਜੂਅਲ ਇਨਵਾਇਰਨਮੈਂਟ ਤੋਂ ਕੰਮ ਕਰ ਰਿਹਾ ਸੀ। ਫਾਈਲਾਂ ਖੜ ਗਈਆਂ, ਇੱਧਰ ਹੋ ਗਈਆਂ, ਉੱਧਰ ਹੋ ਗਈਆਂ। ਕੁਛ ਸੁਸਤੀ ਵੀ ਹੁੰਦੀ ਆ, ਮੇਰੇ ਵਰਗੇ ਨੂੰ ਬਹਾਨਾ ਚਾਹੀਦਾ ਹੁੰਦਾ ਵੀ ਫਾਈਲਾਂ ਨਹੀਂ ਕੀਤੀਆਂ। ਮਤਲਬ ਮੇਰੇ ਸੁਪਰਵਾਈਜ਼ਰ ਨੇ ਪੁੱਛਣਾ, ਤਾਂ ਮੈਂ ਕਹਿੰਦਾ ਵੀ ਪੈਂਡੈਮਿਕ ਚੱਲੀ ਜਾਂਦਾ, ਮੈਂ ਅੱਗੇ ਔਖਾ, ਮੈਨੂੰ ਫਾਈਲਾਂ ਕਰਨ ਨੂੰ ਕਹੀ ਜਾਂਦਾ। ਸੋ ਉਹ ਸੁਸਤੀ ਦੇ ਵਿੱਚ ਜੀ ਬਹੁਤ ਫਾਈਲਾਂ ਨੇ ਜਿਹੜੀਆਂ ਮਤਲਬ ਉਹ ਠੰਡੇ ਬਸਤੇ ਪੈ ਗਈਆਂ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ। ਤੇ ਉਹ ਹੈ ਕੁਛ ਨਹੀਂ, ਬਸ ਉਹ ਆਪਾਂ ਠੰਡੇ ਬਸਤੇ 'ਚੋਂ ਕਢਾਉਣ ਵਾਸਤੇ ਕਹਿ ਲਓ ਵੀ ਉਹਨਾਂ ਨੂੰ ਮਾੜੀ ਜੀ ਉਹ ਤੁਣਕਾ ਹੀ ਮਾਰਿਆ ਵੀ ਦੇਖੋ ਤਾਂ ਸਹੀ ਕਿੱਥੇ ਗੱਲ ਪਈ ਆ। ਕਿਉਂਕਿ ਵਿਜ਼ਟਰ ਵੀਜ਼ੇ ਦੀਆਂ ਆਪਾਂ ਜਿੰਨੀਆਂ ਫਾਈਲਾਂ ਲਾਈਆਂ, ਉਹਨਾਂ ਦੇ ਜਿਹੜੇ ਸਬਮਿਸ਼ਨ ਆ, ਆਪਾਂ ਉਹ ਸਬਮਿਸ਼ਨ ਦੇ ਵਿੱਚ ਇਹ ਰੀਜ਼ਨ ਬਹੁਤ ਪ੍ਰੋਮੀਨੈਂਟਲੀ ਰੱਖਿਆ ਕਿ ਅਸੀਂ ਵਿਜ਼ਟਰ ਵੀਜ਼ਾ ਅਸੀਂ ਨਹੀਂ ਸੀ ਲਾਉਣਾ ਚਾਹੁੰਦੇ। ਸਾਨੂੰ ਕੋਈ ਸ਼ੌਂਕ ਨਹੀਂ ਇੱਥੇ ਪੈਸੇ ਖਰਚ ਕੇ ਰਹਿਣ ਦਾ। ਅਸੀਂ ਤਾਂ ਇੱਥੇ ਆ ਕੇ ਕੰਮ ਕਰਨਾ ਚਾਹੁੰਦੇ ਸੀ ਤੇ ਸਪੋਰਟ ਕਰਨਾ ਚਾਹੁੰਦੇ ਸੀ ਸਪਾਊਸ ਨੂੰ। ਪਰ ਤੁਸੀਂ ਸਾਡੀਆਂ ਫਾਈਲਾਂ ਹੀ ਪਰਾਂ ਰੱਖਤੀਆਂ। ਸਾਡਾ ਪਰਪਸ ਬਹੁਤ ਵੱਡਾ, ਸਾਨੂੰ ਇਹ ਦੱਸੋ ਵੀ ਇਹ ਪਰਪਸ ਤੇ ਰਿਜੈਕਟ ਕਿਵੇਂ ਕਰਦੇ ਹੋ। ਸੋ ਬੇਸਿਕਲੀ ਆਪਾਂ ਕਹਿ ਲਓ ਵੀ ਉਹਨਾਂ ਤੋਂ ਜਿਹੜੇ ਪਰਪਸ ਤੇ ਵੀਜ਼ਾ ਮੰਗ ਰਹੇ ਆ, ਤਾਂ ਉਹ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਲੱਗਦਾ ਨਾ ਵੀ ਯਾਰ ਇਹਦੀ ਦੂਜੀ ਫਾਈਲ ਤਾਂ ਦੇਖੀਏ, ਕੀ ਪਤਾ ਉਹੀ ਸਹੀ ਹੋਵੇ। ਸੋ ਮੈਨੂੰ ਲੱਗਦਾ ਵੀ ਉਹ ਜਿਹੜਾ ਹੈ ਸੀ ਵੀ ਮਸਲਾ ਉਹ ਕੰਮ ਕਰ ਗਿਆ ਤੇ ਉਹ ਵਧੀਆ ਕਰ ਰਿਹਾ। ਸੋ ਚੰਗੀ ਗੱਲ ਆ। ਆਪਣਾ ਐਟ ਦਾ ਐਂਡ ਦਾ ਮਕਸਦ ਇਹ ਹੈ ਨਾ ਵੀ ਬੰਦਾ ਕਹਿ ਲਓ ਵੀ ਜਹਾਜ਼ ਦੀ ਬਾਰੀ ਨੂੰ ਹੱਥ ਪੈਣਾ ਚਾਹੀਦਾ, ਤੇ ਨਹੀਂ ਉਹ ਬਾਈ ਪੈ ਜੀ, ਰਿਹਾ ਜੀ। ਆਪਾਂ ਇੱਕ ਬੜੀ ਖੁਸ਼ੀ, ਮੈਨੂੰ ਵੀ ਬਹੁਤ ਖੁਸ਼ੀ ਮਿਲਦੀ ਹੈ, ਠੀਕ ਹੈ, ਜਦੋਂ ਆਪਾਂ ਵੱਖ-ਵੱਖ ਸਪਾਊਸਲ ਓਪਨ ਵਰਕ ਪਰਮਿਟ ਦੀਆਂ ਫਾਈਲਾਂ ਤੇ ਕੰਮ ਕਰੀਦਾ ਬੈਠ ਕੇ, ਠੀਕ ਹੈ, ਤੁਹਾਡੇ ਸੁਪਰਵਿਜ਼ਨ ਹੇਠਾਂ ਸਾਰੀਆਂ ਚੀਜ਼ਾਂ ਨੂੰ ਦੇਖੀਦਾ, ਠੀਕ ਹੈ। ਤੇ ਬਾਈ ਜੀ, ਆਪਣਾ ਇਹ ਵੀ ਰਿਕਾਰਡ ਸਾਬਿਤ ਹੋ ਗਿਆ ਕਿ ਜਿਨ੍ਹਾਂ ਦੇ ਅਸੀਂ ਵਿਜ਼ਟਰ ਵੀਜ਼ਾ ਪਾਏ ਸੀਗੇ, ਉਹਨਾਂ ਦੀਆਂ ਸਪਾਊਸਲ ਓਪਨ ਵਰਕ ਪਰਮਿਟ ਦੀਆਂ ਐਪਲੀਕੇਸ਼ਨਾਂ ਵਿਦਿਨ 2-2 3-3 ਵੀਕ 4-4 ਵੀਕ ਦੇ ਵਿੱਚ ਪ੍ਰੋਸੈਸ ਹੋ ਕੇ ਸੋ ਅਪਰੂਵਡ ਕਰ ਦਿੱਤੀਆਂ ਜੀ ਗਈਆਂ। ਬਿਲਕੁਲ ਬਿਲਕੁਲ। ਬਾਕੀ ਆਪਾਂ ਛੇਤੀ ਸਿਮਰ ਪਾਓ ਵਾਲੀ ਇੰਟਰਵਿਊ ਵੀ ਕਰਾਂਗੇ। ਮਤਲਬ ਉਹ ਕਾਫੀ ਹੈਰਾਨੀ ਲੋਕਾਂ ਨੂੰ ਹੋਣੀ ਆ ਵੀ 2 ਦਿਨਾਂ ਦੇ ਵਿੱਚ ਰਿਜੈਕਸ਼ਨ ਤੋਂ ਦੁਬਾਰੇ ਪਾਸਪੋਰਟ ਰਿਕੁਐਸਟ ਕਿਵੇਂ ਆਉਂਦੀ ਆ, ਵੀ ਆ ਵੀ ਸਕਦੀ ਹੈ, ਐ ਵੀ ਹੋ ਜਾਂਦਾ। ਸੋ ਉਹ ਵੀ ਆਪਾਂ ਦਿਖਾਵਾਂਗੇ ਛੇਤੀ, ਆਪਾਂ ਬਾਈ ਜੀ ਨੂੰ ਲੈ ਕੇ ਆਵਾਂਗੇ ਨਾਲ। ਤੇ ਬਾਕੀ ਜੀ ਆਪਣੇ ਕੋਲੇ ਸਾਰੀਆਂ, ਅੱਜ ਅਸੀਂ ਮੈਂ ਪ੍ਰਾਊਡਲੀ, ਠੀਕ ਹੈ, ਅਸੀਂ ਇਹ ਗੱਲ ਕਹਿੰਦੇ ਆ ਦੋਨੇ ਇਸ ਮੰਚ ਤੇ ਬੈਠ ਕੇ, ਕੋਈ ਵੀ ਇਮੀਗ੍ਰੇਸ਼ਨ ਦੀ ਸਰਵਿਸਿਜ਼ ਆ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ, ਠੀਕ ਹੈ। ਪ੍ਰਾਊਡਲੀ ਅਸੀਂ ਇਹ ਗੱਲ ਜੀ ਕਹਿੰਦੇ ਆ, ਠੀਕ ਹੈ। ਹਿੱਕ ਠੋਕ ਕੇ ਜੋ RCIC ਦੀਆਂ ਸਰਵਿਸਿਜ਼ ਬਾਈ ਅਮਨ ਦੇ ਰਹੇ ਆ, ਠੀਕ ਹੈ। ਸੋ ਅਗਰ ਕੋਈ ਵੀ ਵਰਕਲੋਡ ਦੀ ਗੱਲਬਾਤ ਹੁੰਦੀ ਆ ਤਾਂ ਮੈਂ ਆਲਵੇਜ਼, ਠੀਕ ਹੈ, ਸਾਡੀ ਆਪ ਦਾ ਜਾਣੀ ਕਿ ਜਿਹੜੀ ਬਾਈ ਜੀ ਆਪਣੀ ਕੰਪਨੀ ਦਾ ਪ੍ਰਾਊਡਲੀ ਨਾਮ ਅੱਜ ਆਪਾਂ ਦੱਸ ਦਈਏ ਫਿਰ? ਜੀ ਬਿਲਕੁਲ ਬਿਲਕੁਲ। ਸੋ ਠੀਕ ਆਪਣੀ ਹੈ। ਕੰਪਨੀ ਦਾ ਨਾਮ ਹੈਗਾ ਜੀ ਅਮਿਟੀ ਮਾਈਗ੍ਰੇਸ਼ਨ ਐਂਡ ਨੈਚੁਰਲਾਈਜੇਸ਼ਨ ਇੰਕ। ਸੋ ਸ਼ਾਰਟ ਫਾਰਮ ਦੇ ਵਿੱਚ ਆਪਾਂ AMNI ਜਾਂ ਅਮਨੀ ਕਹਿ ਸਕਦੇ ਹਾਂ ਇਹਨੂੰ। ਤੇ ਮਤਲਬ ਇਹਦੇ 'ਚ ਜਦੋਂ ਇਹ ਰੱਖਿਆ ਸੀ, ਉਦੋਂ ਵੀ ਕਾਫੀ ਲੋਕਾਂ ਦੇ ਸਵਾਲ ਆਏ ਸੀ ਵੀ ਕਿਵੇਂ ਰੱਖਿਆ। ਸੋ ਬੇਸਿਕਲੀ ਪਹਿਲਾਂ ਤਾਂ ਜਿਹੜੇ ਇਹਦੇ 'ਚ ਸਾਰੇ ਸ਼ਬਦ ਆ, ਮਤਲਬ ਵੀ ਮਾਈਗ੍ਰੇਸ਼ਨ ਐਂਡ ਨੈਚੁਰਲਾਈਜੇਸ਼ਨ ਮੈਨੂੰ ਮਤਲਬ ਕਾਫੀ ਲੋਕਾਂ ਨੇ ਪੁੱਛਿਆ ਵੀ ਇਹਦਾ ਕੀ ਮਤਲਬ ਹੁੰਦਾ। ਸੋ ਮਾਈਗ੍ਰੇਸ਼ਨ ਤੁਹਾਨੂੰ ਇੱਥੇ ਲੈ ਕੇ ਆਉਣਾ, ਉਹ ਇੱਕ ਕੰਮ ਹੈ। ਉਹ ਤੋਂ ਬਾਅਦ ਨੈਚੁਰਲਾਈਜੇਸ਼ਨ, ਤੁਹਾਨੂੰ ਇਸ ਮੁਲਕ ਦੇ ਪੱਕੇ ਤੋਂ ਵੀ ਪੱਕੇ ਬਸ਼ਿੰਦੇ ਬਣਾਉਣਾ, ਤੁਹਾਨੂੰ ਸਿਟੀਜ਼ਨ ਬਣਾਉਣਾ, ਉਹ ਵੀ ਆਪਣਾ ਇੱਕ ਕੰਮ ਆ। ਆਪਣਾ ਕੰਮ ਉੱਥੇ ਨਹੀਂ ਮੁੱਕਦਾ ਕਿ ਤੁਹਾਡਾ ਸਟੱਡੀ ਪਰਮਿਟ, ਵਿਜ਼ਟਰ ਵੀਜ਼ਾ, ਜਾਂ ਤੁਹਾਡਾ ਕਹਿ ਲਓ ਵੀ
ਸਪਾਊਸਲ ਓਪਨ ਵਰਕ ਪਰਮਿਟ ਲਵਾ ਕੇ ਇੱਥੇ ਲੈ ਆਏ, ਆਪਾਂ ਸਿਟੀਜ਼ਨਸ਼ਿਪ ਤੱਕ ਤੁਹਾਡੇ ਕੋਲ ਹੈਗੇ ਆ, ਖੜੇ ਆ। ਸੋ ਬੇਸਿਕਲੀ ਉਹ ਤਾਂ ਹੀ ਦੋਵੇਂ ਚੀਜ਼ਾਂ ਆਪਾਂ ਇਹਦੇ ਚ ਪਾਈਆਂ ਸੀ। ਬਾਕੀ ਇਹ ਸੀ ਵੀ ਕਹਿ ਲਓ ਵੀ AMNI ਦੇ ਵਿੱਚ ਮੇਰੇ ਨਾਮ ਦੇ ਵੀ ਅੱਖਰ ਆਉਂਦੇ ਨੇ ਜੀ, ਤੇ ਮੇਰੇ ਜਿਹੜੇ ਪਾਰਟਨਰ ਨੇ ਉਹਨਾਂ ਦਾ ਛੋਟਾ ਨਾਂ ਨਿੱਪੀ ਆ, ਉਹਨਾਂ ਦੇ ਵੀ ਅੱਖਰ ਆਉਂਦੇ ਆ। ਸੋ ਆਪਾਂ ਉਹਦਾ ਸ਼ਾਰਟ ਫਾਰਮ ਵੀ ਬਣਾਤਾ, ਤੇ ਉਹ ਵੱਡੀ ਗੱਲ ਵੀ ਪੂਰੀ ਕਰਤੀ ਵੀ ਆਪਾਂ ਕਹਿ ਲਓ ਵੀ ਜਹਾਜ਼ ਦੀ ਬਾਰੀ ਨੂੰ ਹੱਥ ਪਵਾਉਣ ਤੋਂ ਲੈ ਕੇ ਝੱਡੇ ਦੀ ਸਹੁੰ ਚੁਕਾਉਣ ਤੱਕ ਸਾਰਾ ਕੁਝ ਕਰਾਂਗੇ। ਠੀਕ ਹੈ ਬਾਈ ਜੀ, ਸਾਡੇ ਕੋਲ ਸਾਰੀਆਂ ਕੈਨੇਡਾ ਇਮੀਗ੍ਰੇਸ਼ਨ ਦੇ ਰਿਲੇਟਡ ਆਲ ਸਰਵਿਸਿਜ਼ ਅਵੇਲੇਬਲ ਨੇ। ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ, ਬੇਝਿਜਕ ਕਰ ਸਕਦੇ ਹੋ, ਹਿੱਕ ਠੋਕ ਕੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ। ਠੀਕ ਹੈ, ਤੇ ਇੱਕ ਗੱਲ ਜ਼ਰੂਰ ਯਾਦ ਰੱਖਿਓ ਕਿ ਇੱਥੇ ਸੱਜਣਾ ਫਰੀ ਵਾਲੀ ਗੱਲਬਾਤ ਨਹੀਂ ਬਣਨੀ। ਨਹੀਂ ਬਿਲਕੁਲ ਜੀ, ਦੇਖੋ ਅੰਗਰੇਜ਼ੀ ਦੀ ਕਹਾਵਤ ਆ ਵੀ ਦੇਰ ਆਰ ਨੋ ਫ੍ਰੀ ਲੰਚਸ, ਤੇ ਉਹ ਜ਼ਰੂਰੀ ਵੀ ਆ ਜੀ। ਉਹ ਮੈਂ ਇੱਕ ਉਹਦੇ ਚ ਐਗਜ਼ਾਮਪਲ ਦਿੰਦਾ, ਆਪਣਾ ਮਿੱਤਰ ਇੱਕ ਜਗਮੇਲ, ਬਹੁਤ ਮਿਹਨਤੀ ਮੁੰਡਾ, ਉਹਨੇ ਇੱਥੇ ਸਟੂਡੈਂਟ ਹੁੰਦੇ ਹੋਏ ਪਹਿਲਾਂ LPN ਦਾ ਲਾਇਸੈਂਸ ਪਾਸ ਕੀਤਾ, ਤੇ ਵਰਕ ਪਰਮਿਟ ਤੇ RN ਦਾ ਲਾਇਸੈਂਸ ਪਾਸ ਕੀਤਾ, ਤੇ ਗਵਰਨਮੈਂਟ ਜੌਬ RN ਦੀ ਕੀਤੀ, ਤੇ ਅੱਜ ਕੱਲ ਉਹ ਨਰਸਿੰਗ ਮੈਨੇਜਰ ਆ, 1 ਕਿਆ ਲੱਖ ਦੇ ਬਾਤ ਆ। ਨੇੜੇ ਤੇੜੇ ਪੈਕੇਜ ਤੇ ਬਾਈ ਕੰਮ ਕਰ ਰਿਹਾ, ਤੇ ਅਜੇ ਵਰਕ ਪਰਮਿਟ ਤੇ ਆ। ਸੋ ਉਹਨੇ ਪਿੱਛੇ ਜੇ ਇੱਕ ਫਾਰਮੂਲਾ ਡਿਵਾਈਸ ਕੀਤਾ ਕਿ ਇੱਥੇ ਜਦੋਂ ਨਰਸਿੰਗ ਦਾ NCLEX ਦਾ ਪੇਪਰ ਦੇਣਾ ਹੁੰਦਾ, ਤਾਂ ਉਹਦੇ ਚ ਇੱਕ OSCE ਦਾ ਸਟੈਪ ਹੁੰਦਾ ਜੋ ਬਹੁਤ ਔਖਾ ਪ੍ਰੈਕਟੀਕਲ ਹੁੰਦਾ, 7 ਘੰਟਿਆਂ ਦਾ ਪੇਪਰ ਹੁੰਦਾ। ਤੇ ਬਾਈ ਨੇ ਇੱਕ ਲੂਪ ਹੋਲ ਲੱਭਿਆ ਵੀ ਉਹ ਤੋਂ ਬਿਨਾਂ ਵੀ ਕੰਮ ਹੋ ਸਕਦਾ। ਉਹ ਕਹਿੰਦਾ ਵੀ ਬਾਈ ਮੈਂ ਪਹਿਲਾਂ ਤਾਂ ਸਮਾਜ ਸੇਵਾ ਕਰਕੇ ਕਰਦਾ ਰਿਹਾ, ਵੀ ਮੈਂ 8 10 12 ਜਣਿਆਂ ਨੂੰ ਦੱਸਤਾ, ਕਹਿੰਦਾ ਹੁਣ ਮੇਰਾ ਫੋਨ ਹੀ ਨਹੀਂ ਬੰਦ ਹੁੰਦਾ। ਮੈਂ ਕਿਹਾ ਬਸ ਜਿੱਦਾਂ ਇਹ ਹੋ ਜੇ ਨਾ ਕਿ ਜਿਹੜੀ ਤੁਹਾਡੀ ਸਲਾਹ ਆ ਉਹ ਤੁਹਾਨੂੰ ਆਪਦੇ, ਜਦੋਂ ਤੱਕ ਤੁਸੀਂ ਸ਼ੌਂਕ ਆਪਦੇ ਲੈਜਰ ਟਾਈਮ 'ਚ ਗੱਲ ਕਰਦੇ ਸੀ, ਉਹ ਤੁਹਾਡਾ ਸ਼ੌਂਕ ਸੀ, ਸਮਾਜ ਸੇਵਾ ਸੀ, ਉਨੀ ਤੁਸੀਂ ਕਰਤੀ। ਹੁਣ ਜਦ ਤੁਹਾਡੇ ਕੰਮ ਵਾਲੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਤੁਹਾਨੂੰ ਕਿਸੇ ਨੂੰ ਕੰਮ ਦੱਸਣਾ ਪੈ ਰਿਹਾ, ਤਾਂ ਫਿਰ ਤੁਹਾਨੂੰ ਉਹਦੇ ਤੇ ਫੀਸ ਰੱਖ ਦੇਣੀ ਚਾਹੀਦੀ ਆ, ਫਿਰ ਉਹ ਤੁਹਾਡਾ ਕੰਮ ਬਣ ਗਿਆ। ਸੋ ਬੇਸਿਕਲੀ ਇਹ ਆ ਵੀ ਦੇਖੋ, ਦੋ ਹੀ ਕੰਮ ਹੋ ਸਕਦੇ ਆ। ਜੇ ਮੈਂ ਸਮਾਜ ਸੇਵਾ ਕਰੂੰਗਾ ਤਾਂ ਮੈਂ ਕੰਮ ਕੋਈ ਹੋਰ ਕਰੂੰਗਾ, ਮੈਥੋਂ ਫਾਈਲਾਂ ਨਹੀਂ ਹੁੰਦੀਆਂ। ਜੇ ਮੇਰੇ ਤੋਂ ਫਾਈਲਾਂ ਲਵਾਉਣੀਆਂ ਨੇ ਤਾਂ ਉਹ ਮੈਨੂੰ ਪੈਸੇ ਦਿਓ, ਮੈਂ ਬਹਿ ਕੇ ਉਹਨਾਂ ਪੈਸਿਆਂ ਨਾਲ ਮੇਰਾ ਘਰ ਚੱਲ ਰਿਹਾ, ਮੈਂ ਤੁਹਾਡੀ ਫਾਈਲ ਤੇ ਕੰਮ ਕਰ ਰਿਹਾ, ਇੰਨਾ ਕੰਮ ਹੀ ਇਹਦੇ ਵਿੱਚ। ਇਹ ਤਾਂ ਸਿੰਪਲ ਸਿੱਧਾ ਹਿਸਾਬ ਹੈ ਦੁਨੀਆ ਦਾ। ਦੇਖੋ ਜੀ, ਰੋਟੀ ਖਾਣ ਨੂੰ ਪੈਸੇ ਸਭ ਨੂੰ ਚਾਹੀਦੇ ਨੇ। ਬਾਕੀ ਬਾਈ ਜੀ ਸਡਬਰੀ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ। ਠੀਕ ਹੈ, ਇੱਕ ਬ੍ਰਾਂਚ ਆ ਸਾਡੇ ਆਫਿਸ ਦੀ। ਠੀਕ ਹੈ, ਤੁਸੀਂ ਵਿਜ਼ਿਟ ਕਰ ਸਕਦੇ ਹੋ। ਠੀਕ ਹੈ, ਤੇ ਨਾਇਗਰਾ ਫਾਲ ਵੀ ਅਵੇਲੇਬਲ ਹੈਗੇ, ਸੈਂਟ ਕੈਥਰੀਨ ਵੀ ਅਵੇਲੇਬਲ ਆ। 3 ਹੋ ਗਈਆਂ, ਤੇ ਅਸੀਂ ਐਕਸਪੈਂਡ ਇੰਡੀਆ ਦੇ ਵਿੱਚ ਆਪਾਂ ਛੇਤੀ ਵੈਨਕੂਵਰ ਤੇ ਕੈਲਗਰੀ ਵਾਲਾ ਵੀ ਛੇਤੀ ਕਰਾਂਗੇ, ਉਹ ਤੇ ਵੀ ਕੰਮ ਚੱਲ ਰਿਹਾ। ਓਕੇ ਬਾਈ ਜੀ, ਓਕੇ। ਤੇ ਹੁਣ ਆਪਾਂ ਬਾਈ ਘਰੋਂ ਘਰੀ ਹੋਈਏ। ਪਹਿਲੇ ਆਪਾਂ ਬੰਦੇ ਆ ਜਿਨ੍ਹਾਂ ਨੇ ਕੋਈ ਰੁਪਈਆ ਨਹੀਂ ਖਰਚਿਆ, ਅਸੀਂ ਐਡਵਰਟੀਜ਼ਮੈਂਟ ਤੇ ਨਹੀਂ ਲਾਇਆ ਕਦੀ ਦੋਨਾਂ ਨੇ। ਠੀਕ ਹੈ, ਤੇ ਨਾ ਹੀ ਕਦੀ ਮੈਨੂੰ ਲੱਗਦਾ ਵੀ ਸਾਨੂੰ ਲੋੜ ਪੈਣੀ ਆ। ਸਾਨੂੰ ਬਾਈ ਜੀ ਇੱਕ ਪ੍ਰਾਊਡ ਵਾਲੀ ਫੀਲਿੰਗ ਇਹ ਹੁੰਦੀ ਹੈ ਕਿ ਰੈਫਰੈਂਸ ਟੂ ਰੈਫਰੈਂਸ ਆਪਣਾ ਕੰਮ ਕਰਨ ਦਾ ਵੀ ਆ। ਜੀ ਠੀਕ ਹੈ ਬਿਲਕੁਲ। ਜੀ, ਬਾਕੀ ਜੈਨੂਨ ਇਨਫੋਰਮੇਸ਼ਨ ਦੇ ਨਾਲ ਜੋ ਵੀ ਪ੍ਰੋਸੈਸ ਕਰਾਉਣਾ, ਤੁਸੀਂ ਡੈਫੀਨਿਟਲੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਠੀਕ ਹੈ, ਤੇ ਬਾਈ ਜੀ ਹੋਈਏ ਘਰੋਂ ਘਰੀ ਆਏ, ਤੁਸੀਂ ਟਾਈਮ ਕੱਢਿਆ। ਹਾਂਜੀ, ਠੀਕ ਹੈ, ਤੇ ਇਹ ਸਿਮਰ ਆਪਾਂ ਬੰਦ ਕਰਨ ਤੋਂ ਪਹਿਲਾਂ ਇੱਕ ਜ਼ਰੂਰ ਦੱਸ ਦਈਏ ਵੀ ਆਪਣੇ ਕੋਲ ਕਾਫੀ ਕਹਿ ਲਓ ਵੀ ਇਨਫੋਰਮੇਸ਼ਨ ਹੈਗੀ ਆ ਸਾਂਝੀ ਕਰਨ ਵਾਸਤੇ, ਜਿਹੜਾ ਕਾਫੀ ਹੌਟ ਟੌਪਿਕ ਆ TR to PR। ਓ ਆਪਾਂ ਥੋੜੀ ਹੋ ਜਿਹੀ ਕਿਆ ਬਾਤ। ਆਰਗੇਨਾਈਜ਼ ਕਰ ਲਈਏ ਤੇ ਫਿਰ ਆਪਾਂ ਛੇਤੀ ਅਗਲੀ ਵੀਡੀਓ 'ਚ ਉਹ ਕਰਦੇ ਆ। ਠੀਕ ਹੈ ਜੀ, ਠੀਕ ਹੈ ਜੀ, ਹਾਂਜੀ ਬਹੁਤ ਵਧੀਆ ਬਾਈ ਜੀ, ਤੁਸੀਂ ਯਾਦ ਕਰਾਤੀ ਗੱਲਬਾਤ। ਠੀਕ ਹੈ, ਤੇ ਨੈਕਸਟ ਵੀਡੀਓ ਸਾਡੀ TR to PR ਵਾਲੀ 'ਚ ਆਊਗੀ। ਤੇ ਸਾਡੇ ਕੋਲੇ ਜਾਣੀ ਕਿ ਅਸੀਂ ਹੁਣ ਉਹ ਸੂਤਰ ਹੀ ਕਹਿ ਸਕਦੇ ਹਾਂ ਜੀ, ਸੂਤਰਾਂ ਤੋਂ ਮਾੜੇ ਮੋਟੇ ਜਿਹੜੇ ਇਨਪੁਟ ਮਿਲਦੇ ਆ। ਹਾਂ ਸੋ ਬਿਲਕੁਲ। ਠੀਕ ਹੈ, ਤੇ ਕੋਈ ਅਸੀਂ ਗਿਆਨੀ ਨਹੀਂ ਆ। ਤੇ ਬਾਕੀ ਤਾਂ ਜੋ ਸਾਡੇ ਕੰਮ ਨੇ, ਬਾਈ ਜੀ RCIC ਆ, ਤੇ ਅਸੀਂ ਦਾਸ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਆ। ਐਜ਼ ਏ ਆਪਾਂ ਕਹਿ ਸਕਦੇ ਹਾਂ ਵੀ ਫਾਈਲਾਂ ਸੈੱਟ ਕਰ ਲਈਆਂ, ਤਿਆਰ ਕਰ ਲਈਆਂ, ਤੋੜ ਲਈਆਂ, ਵਿਗਾੜ ਨਹੀਂ ਲਈਆਂ। ਵੀਰੇ, ਪੂਰਾ ਦੇਖੋ, ਪੂਰਾ ਲੀਗਲ ਕੰਮ ਹੈ। ਆਪਾਂ CICC ਨੂੰ, IRCC ਨੂੰ, ਗਵਰਨਮੈਂਟ ਆਫ ਕੈਨੇਡਾ ਨੂੰ, ਉੱਥੇ ਮੇਰੇ ਨਾਮ ਨਾਲ ਸਰਚ ਕਰੋ ਤਾਂ ਸਿਮਰਜੀਤ ਸਿੰਘ। ਆਪਾਂ ਕੋਈ ਇਹ ਨਹੀਂ ਹੈਗਾ ਵੀ ਕੋਈ ਕਿਸੇ ਨੂੰ ਧੋਖੇ ਦੇ ਵਿੱਚ ਰੱਖ ਕੇ ਆਪਾਂ ਕੰਮ ਕਰ ਰਹੇ ਹਾਂ। ਠੀਕ ਹੈ ਬਾਈ ਜੀ, ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਹੋ। ਠੀਕ ਹੈ, ਸੋ ਆਪਾਂ ਵੀ ਵੀਡੀਓ ਨੂੰ ਕਰੀਏ ਕਲੋਜ਼। ਤੇ ਬਾਕੀ ਜੇ ਵੀਡੀਓ ਚੰਗੀ ਲੱਗੀ ਆ, ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਜ਼ਰੂਰ ਕਰ ਦਿਓ, ਤੇ ਜਾਂਦੇ ਜਾਂਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਬਾਈ ਜੀ ਫਿਰ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਬਾਈ ਜੀ।